बड़ा उच्चा फिल्म इंडस्ट्री का हीरो है वो। नहीं हुण भी वो हीरो मन्नीए उन्होंने या फिर एक एमपी मन्नीए जी? नहीं जी, ਉਹਨੂੰ ਆਉਣਾ ਚਾਹੀਦਾ ਸੀ, ਇਹਦੇ 'ਚ ਕੋਈ ਦੋ ਰਾਏ ਨਹੀਂ। ਜਿਹੜੀ ਤੁਸੀਂ ਗੱਲ ਕਹਿ ਰਹੇ ਹੋ ਨਾ, ਬੜੇ ਚੰਗੇ ਐਂਕਰ ਹੋ ਤੁਸੀਂ, ਬੜੀ ਅੱਛੀ ਗੱਲ ਕਰ ਰਹੇ ਹੋ। ਉਹਨਾਂ ਨੂੰ ਆਉਣਾ ਚਾਹੀਦਾ ਹੈ। ਇਹਨਾਂ ਆਦਮੀਆਂ ਨੂੰ ਦੇਖੋ, ਜਿਹੜੇ ਫਿਲਮੀ ਹਸਤੀਆਂ ਹੁੰਦੀਆਂ, ਸੈਲੀਬ੍ਰਿਟੀ ਹੁੰਦੀ ਹੈ, ਉਹ ਨਾ ਉਹਨਾਂ ਨੂੰ ਵਿਕਾਸ ਦਾ ਪਤਾ ਹੁੰਦਾ, ਨਾ ਉਹਨਾਂ ਨੂੰ ਜਨਤਾ ਦੀਆਂ ਆਕਾਂਖਸ਼ਾਵਾਂ ਦਾ ਪਤਾ ਹੁੰਦਾ। ਮਾਸਟਰ ਜੀ ਵੱਡੀ ਗੱਲ ਕਹਿ ਰਹੇ ਹੋ, ਵੱਡੀ ਗੱਲ ਕਹਿ ਰਹੇ ਹੋ ਜੀ। ਜੇ ਇਸ ਤਰ੍ਹਾਂ ਦੇ ਲੋਕਾਂ ਨੂੰ ਵਿਕਾਸ ਦਾ ਹੀ ਨਹੀਂ ਪਤਾ, ਫਿਰ ਪਾਰਟੀਆਂ ਕਿਉਂ ਉਹਨਾਂ ਨੂੰ ਖੜਾ ਕਰਦੀਆਂ ਨੇ, ਕਿਉਂ ਸੀਟ ਤੇ ਲੈ ਕੇ ਆਉਂਦੀਆਂ ਨੇ, ਜੇ ਉਹਨਾਂ ਨੂੰ ਵਿਕਾਸ ਕਰਨ ਦਾ ਹੀ ਨਹੀਂ ਪਤਾ? ਫਿਰ ਇਹ ਗੱਲ ਸਮਝ ਲਓ, ਇਜ਼ ਨਾਟ ਅ ਪ੍ਰੋਫੈਸ਼ਨਲ ਪੋਲੀਟੀਸ਼ੀਅਨ। प्रोफेशनल पॉलिटिशियन वो नहीं है बेचारा, और उस आदमी को इलेक्शन लड़के चले गया, वो नहीं आया, तो इसका जवाब सिर्फ तुसी हाई कमांड तो पूछ सकते हो। इस तरह के रील वाले सिर्फ रील ते दिखाई देने वाले हीरोआं नूं चुन के अपने मंत्री या संसद मैंबर MP बना लेंदे ने, ते फिर उन्हां तो काम की उम्मीद किस तरीके दे नाल कीती जा सकती है? रिकॉर्ड बोलदा, असीं नहीं कह रहे। सनी देओल दा पिछला तुसी रिकॉर्ड चक लो। कि मैं बड़ी उन्होंने तारीफ करांगा कि तुसी कैंਡੀਡੇਟ चुनिया जिहड़ा तुहाडी ते आवाज़ नहीं चुकदा पिया, पर एक MLA की कुड़ी की थार गड्डी वास्ते जरूर चिट्ठियां लिखदा पिया। इत्थे कई स्कूलों की लोड़ है, करोना काल च लोग मर गए, एक बारी इस बंदे ने दोबारा मुड़ के दर्शन नहीं दिते। इस तरह की बचकानियां हरकतां करन दी बजाए चंगियां काम करो, जितना ही तुहानूं याद रखिए। देखो तुसीं कोविड के टाइम ते बहाना लाता, मैं कोविड करके अपने लोगों को नहीं आ सकता। तुसीं आए किस वेले हो? कोविड दोबारा आने टाइम आ गया, तुसीं अजे तक नहीं आया ना मिलन। 3 किलोमीटर रेलवे ट्रैक है, शहर के विचों होकर गुजरता है, तो वो 9 फाटक ने, तो पुल नहीं हैगा, तो इस करके ट्रैफिक की बड़ी वड्डी समस्या बनी हुई है। ना तो विधायक साहब नूं ते ना ही MP साहब नूं इन्हां गल्लां दा कोई फिक्र फाका है नहीं गा। जे फिक्र है तो यह है कि थार गड्डी शोरूम तो जल्दी किस तरीके दे नाल लैनी है। ਇਹ ਸ਼ੋਭਾ ਦਿੰਦਾ ਇੱਕ MP ਨੂੰ ਕਿ ਇੱਕ ਗੱਡੀ ਲੈਣ ਦੇ ਲਈ ਇੱਕ ਸ਼ੋਰੂਮ ਮਾਲਕ ਨੂੰ ਇਹ ਚਿੱਠੀ ਇਸ ਤਰੀਕੇ ਦੇ ਨਾਲ ਲਿਖੀ ਜਾਵੇ। This is not an issue। ਇਹ ਇਸ਼ੂ ਨਹੀਂ ਸੀਗਾ ਜਿਹਨੂੰ ਇਸ਼ੂ ਬਣਾ ਦਿੱਤਾ ਗਿਆ। ਇਸ਼ੂ ਮਾਸਟਰ ਜੀ ਤੁਹਾਨੂੰ ਨਹੀਂ ਲੱਗਦਾ ਕਿ ਠੀਕ ਹੈ ਇਸ਼ੂ ਨਹੀਂ ਸੀਗਾ ਕੋਈ? ਆਉਂਦੇ ਤਾਂ ਉਹ ਹੈ ਨਹੀਂ ਇਲਾਕੇ ਦੇ ਵਿੱਚ, ਤੇ ਜਦੋਂ ਲੋਕਾਂ ਨੂੰ ਪਤਾ ਲੱਗਦਾ ਕਿ ਆਪਣੀ ਵਿਧਾਇਕ ਦੇ ਲਈ ਉਹ ਕੰਮਾਂ ਕਰਾਉਣ ਦੇ ਲਈ ਉਹ ਚਿੱਠੀਆਂ ਲਿਖਦੇ ਨੇ, ਕੋਈ ਲੋਕਾਂ ਦਾ ਕੋਈ ਕੰਮ ਨਹੀਂ ਕਰਾ ਰਹੇ, ਫਿਰ ਤਾਂ ਲੋਕਾਂ ਦਾ ਗੁੱਸਾ ਜਾਇਜ਼ ਹੈ ਨਾ। ਜੇ ਉਹਨਾਂ ਕੰਮ ਕਰਾਇਆ ਹੁੰਦਾ ਉਹਨਾਂ ਨੇ ਫਿਰ ਕਹਿ ਸਕਦੇ ਸੀ ਕਿ ਇਸ ਇਸ਼ੂ ਨੂੰ ਬਾਹਲਾ ਚੱਕਣ ਦੀ ਲੋੜ ਨਹੀਂ। ਸਤਿ ਸ਼੍ਰੀ ਅਕਾਲ ਜੀ, ਗਲੋਬਲ ਪੰਜਾਬ TV ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ, ਤੇ ਮੈਂ ਹਾਂ ਰਾਵਰਿੰਦਰ ਸਿੰਘ, ਤੇ ਤੁਸੀਂ ਦੇਖ ਰਹੇ ਹੋ ਇਸ ਵੇਲੇ ਸਾਡਾ ਖਾਸ ਪ੍ਰੋਗਰਾਮ ਵੱਡੀ ਖਬਰ। ਇਸ ਵੇਲੇ ਸਾਡੇ ਇਸ ਪ੍ਰੋਗਰਾਮ ਨੂੰ ਤੁਸੀਂ ਸਾਡੇ ਗਲੋਬਲ ਪੰਜਾਬ TV ਦੇ ਫੇਸਬੁੱਕ ਪੇਜ ਉੱਪਰ ਲਾਈਵ ਦੇਖ ਸਕਦੇ ਹੋ, ਤੇ ਇਸ ਤੋਂ ਬਾਅਦ ਵੀ ਸਾਡੇ ਇਸ ਪ੍ਰੋਗਰਾਮ ਦਾ ਰਿਪੀਟ ਟੈਲੀਕਾਸਟ ਤੁਸੀਂ YouTube ਤੇ ਵੀ ਦੇਖ ਸਕਦੇ ਹੋ। ਤੇ ਦੱਸ ਦਈਏ ਕਿ ਜਿਹੜੇ ਦਰਸ਼ਕ ਸਾਨੂੰ ਕਾਲ ਕਰਨੀ ਚਾਹੁੰਦੇ ਆ, ਲਗਾਤਾਰ ਦੋਨੋਂ ਨੰਬਰ ਇੰਡੀਆ ਦੇ ਲਈ ਤੇ ਵਿਦੇਸ਼ ਦੇ ਦਰਸ਼ਕਾਂ ਦੇ ਲਈ ਲਗਾਤਾਰ ਫਲੈਸ਼ ਹੁੰਦੇ ਰਹਿਣਗੇ, ਤੇ ਤੁਸੀਂ ਸਾਨੂੰ ਕਾਲ ਵੀ ਕਰ ਸਕਦੇ ਹੋ। ਤੇ ਆਓ ਵਧਦੇ ਹਾਂ ਅੱਜ ਦੀ ਵੱਡੀ ਖਬਰ ਦੇ ਵੱਲ। ਅੱਜ ਦੀ ਵੱਡੀ ਖਬਰ ਪੰਜਾਬ ਦੇ ਲੋਕਾਂ ਦੇ ਨਾਲ ਜੁੜੀ ਹੋਈ ਹੈ, ਲੋਕਾਂ ਦੇ ਵੱਲੋਂ ਚੁਣੇ ਹੋਏ ਸਿਆਸੀ ਨੁਮਾਇੰਦਿਆਂ ਦੇ ਨਾਲ ਜੁੜੀ ਹੋਈ ਹੈ। ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਕਿ ਲੋਕ ਜਾਂ ਫਿਰ ਅਸੀਂ ਸਿਆਸਤਦਾਨ, ਵਿਧਾਇਕ, MP, ਮੁੱਖ ਮੰਤਰੀ ਕਿਉਂ ਚੁਣਦੇ ਹਾਂ? ਇਸ ਲਈ ਚੁਣਦੇ ਹਾਂ ਕਿ ਜਿਹੜੇ ਲੋਕਾਂ ਨੂੰ ਅਸੀਂ ਵਿਧਾਨ ਸਭਾ ਜਾਂ ਸੰਸਦ ਦੇ ਵਿੱਚ ਚੁਣ ਕੇ ਭੇਜਦੇ ਹਾਂ, ਉਹ ਸਾਡੇ ਹਲਕੇ ਦੀ ਆਵਾਜ਼ ਬਣਨ, ਸਾਡੇ ਲੋਕਾਂ ਨੂੰ ਜੋ ਮੁਸ਼ਕਲਾਂ ਪੇਸ਼ ਆਉਂਦੀਆਂ ਨੇ ਉਹਨਾਂ ਨੂੰ ਹੱਲ ਕਰਵਾਉਣ, ਯਾਨੀ ਕਿ ਇਲਾਕੇ ਦੇ ਲੋਕਾਂ ਦੇ ਕੰਮ ਕਰਨ, ਇਲਾਕੇ ਦਾ ਵਿਕਾਸ ਕਰਨ। ਪਰ ਸਵਾਲ ਉਦੋਂ ਵੱਡਾ ਹੋ ਜਾਂਦਾ ਹੈ ਜਦੋਂ ਲੋਕਾਂ ਦੇ ਵੱਲੋਂ ਚੁਣੇ ਹੋਏ ਇਹੀ ਨੁਮਾਇੰਦੇ ਲੋਕਾਂ ਦੇ ਕੰਮ ਕਰਨ ਦੀ ਬਜਾਏ ਜਾਂ ਹਲਕੇ ਦਾ ਵਿਕਾਸ ਕਰਨ ਦੀ ਬਜਾਏ ਆਪਣੇ ਤੇ ਆਪਣੇ ਕਰੀਬੀਆਂ ਦਾ ਕੰਮ ਕਰਦੇ ਨਜ਼ਰ ਆਉਣ। ਅਜਿਹੀ ਇੱਕ ਵੱਡੀ ਖਬਰ ਅੱਜ ਪਠਾਨਕੋਟ ਤੋਂ ਸਾਹਮਣੇ ਆਈ ਹੈ, ਜਿੱਥੇ ਭਾਜਪਾ ਦੇ ਸੰਸਦ ਮੈਂਬਰ MP ਸਨੀ ਦਿਓਲ ਨੇ ਆਪਣੇ ਹੀ ਭਾਜਪਾ ਦੇ ਵਿਧਾਇਕ ਦੀ ਬੇਟੀ ਦੇ ਲਈ ਥਾਰ ਗੱਡੀ ਜਲਦੀ ਲੈਣ ਦੇ ਲਈ ਸ਼ੋਰੂਮ ਨੂੰ ਇੱਕ ਚਿੱਠੀ ਲਿਖੀ ਗਈ ਹੈ, ਯਾਨੀ ਕਿ ਥਾਰ ਗੱਡੀ ਲੈਣ ਦੇ ਲਈ MP ਦੀ ਸਿਫਾਰਿਸ਼ ਲਗਾਈ ਗਈ ਹੈ। ਹੁਣ ਇੱਥੇ ਗੱਲ ਕਰਦੇ ਆ ਕਿ ਥਾਰ ਗੱਡੀ ਆਖਿਰ ਚਾਹੀਦੀ ਕਿਸ ਨੂੰ ਸੀ?
ਤੇ ਪਠਾਨਕੋਟ ਦੇ ਵਿੱਚ ਹੀ ਪੈਂਦਾ ਹਲਕਾ ਸੁਜਾਨਪੁਰ। ਉੱਥੋਂ ਦੇ ਵਿਧਾਇਕ ਨੇ ਦਿਨੇਸ਼ ਸਿੰਘ ਬੱਬੂ ਤੇ ਉਹਨਾਂ ਦੀ ਦੱਸਿਆ ਜਾ ਰਿਹਾ ਕਿ ਬੇਟੀ ਦਾ ਅੱਗੇ ਵਿਆਹ ਆ ਰਿਹਾ ਤੇ ਵਿਆਹ ਦੇ ਵਿੱਚ ਉਹਨਾਂ ਨੇ ਥਾਰ ਗੱਡੀ ਦੇਣੀ ਆ। ਹੁਣ ਸਭ ਤੋਂ ਪਹਿਲਾਂ ਗੱਲ ਇਹ ਕਰ ਲੈਂਦੇ ਆ ਕਿ ਥਾਰ ਗੱਡੀ ਹੀ ਕਿਉਂ। ਸਾਡੇ ਪੰਜਾਬੀਆਂ ਦੀ ਆਦਤ ਹੈ ਕਿ 5 ਲੋਕਾਂ ਨੇ ਜੋ ਚੀਜ਼ ਲੈ ਆਂਦੀ ਜਾਂ ਕੁਛ ਨਵੀਂ ਚੀਜ਼ ਕਰ ਲਈ, ਬਾਕੀ ਦੇ ਲੋਕ ਵੀ ਉਸੇ ਦੇ ਪਿੱਛੇ ਭੇਡ ਚਾਲ ਹੋ ਤੁਰਦੇ ਨੇ। ਸੋ ਇਨੀ ਦਿਨੀ ਪੰਜਾਬ ਦੇ ਨੌਜਵਾਨਾਂ ਦੇ ਵਿੱਚ ਥਾਰ ਗੱਡੀ ਦਾ ਬਹੁਤ ਸਾਰਾ ਕਰੇਜ਼ ਹੈ। ਇਹ ਥਾਰ ਗੱਡੀ ਮਹਿੰਦਰਾ ਦੇ ਵੱਲੋਂ ਪਹਿਲਾਂ ਬਣਾਈ ਗਈ ਸੀ, ਹੁਣ ਕੁਛ ਮੋਡੀਫਾਈ ਕਰਕੇ ਇਹਨੂੰ ਨਵੀਂ ਲੁੱਕ ਦਿੱਤੀ ਗਈ ਆ ਤੇ ਇਸ ਵੇਲੇ ਇਹ ਗੱਡੀ ਨੌਜਵਾਨਾਂ ਦੇ ਵਿੱਚ ਹਰਮਨ ਪਿਆਰੀ ਹੋ ਰਹੀ ਹੈ। ਤੇ ਇਹੀ ਕਾਰਨ ਹੈ ਕਿ ਜਿੰਨੇ ਵੀ ਮਹਿੰਦਰਾ ਦੇ ਸ਼ੋਰੂਮ ਨੇ ਪੰਜਾਬ ਦੇ ਵਿੱਚ ਖਾਸ ਕਰਕੇ, ਉਹਨਾਂ ਦੇ ਵਿੱਚੋਂ ਕਿਤੇ ਵੀ ਇਹਦੀ ਡਿਲੀਵਰੀ ਜਲਦੀ ਨਹੀਂ ਮਿਲਦੀ। ਯਾਨੀ ਕਿ ਅੱਧਾ ਸਾਲ, 7-8 ਮਹੀਨੇ ਜਾਂ ਸਾਲ ਤੱਕ ਵੀ ਜਿਹੜੀ ਆ ਵੇਟਿੰਗ ਲਿਸਟ ਪਈ ਰਹਿੰਦੀ ਹੈ। ਤੇ ਹੁਣ ਗੱਲ ਕਰ ਦਿੰਦੇ ਆ ਭਾਜਪਾ ਦੇ ਵਿਧਾਇਕ ਜੋ ਸੁਜਾਨਪੁਰ ਤੋਂ ਨੇ ਦਿਨੇਸ਼ ਸਿੰਘ ਬੱਬੂ ਦੀ। ਤੇ ਇਹਨਾਂ ਦੀ ਬੇਟੀ ਨੂੰ ਥਾਰ ਗੱਡੀ ਜਲਦੀ ਡਿਲੀਵਰ ਕਰਨ ਦੇ ਲਈ ਹੀ MP ਸਨੀ ਦਿਓਲ ਵੱਲੋਂ ਇਹ ਚਿੱਠੀ ਲਿਖੀ ਗਈ ਸੀ। ਸਨੀ ਜੋ ਸ਼ੋਰੂਮ ਹੈ, ਪਰ ਇਹ ਚਿੱਠੀ ਜਿਵੇਂ ਨਾ ਕਿਵੇਂ ਲੀਕ ਹੋ ਜਾਂਦੀ ਹੈ, ਵਾਇਰਲ ਹੋ ਜਾਂਦੀ ਹੈ, ਸੋਸ਼ਲ ਮੀਡੀਆ ਤੇ ਆ ਜਾਂਦੀ ਹੈ ਤੇ ਇਹ ਚਿੱਠੀ ਵੀ ਤੁਹਾਨੂੰ ਦਿਖਾਵਾਂਗੇ। ਤੇ ਪਹਿਲਾਂ ਦੱਸ ਦਿੰਦੇ ਆ ਕਿ ਜੋ ਦਿਨੇਸ਼ ਸਿੰਘ ਬੱਬੂ ਨੇ ਉਹ ਮੌਜੂਦਾ ਵਿਧਾਇਕ ਨੇ, ਇਹ ਵੀ ਨਹੀਂ ਕਿ ਸਾਬਕਾ ਵਿਧਾਇਕ ਨੇ। ਯਾਨੀ ਕਿ ਮੌਜੂਦਾ ਵਿਧਾਇਕ ਨੂੰ ਇੱਕ ਖਾਸ ਗੱਡੀ ਲੈਣ ਦੇ ਲਈ ਆਪਣੇ MP ਤੱਕ ਪਹੁੰਚ ਕਰਨੀ ਪਈ ਹੈ। ਤੇ ਇਹ ਜਦੋਂ ਦੋਨੋਂ ਵਿਧਾਇਕ ਤੇ MP ਜਦੋਂ ਇੱਕ ਦੂਸਰੇ ਦੀ ਸਿਫਾਰਿਸ਼ ਲਈ ਕੰਮ ਕਰਦੇ ਨੇ ਤਾਂ ਜਦੋਂ ਇਹ ਚਿੱਠੀ ਵਾਇਰਲ ਹੋ ਜਾਂਦੀ ਹੈ ਤੇ ਫਿਰ ਇਲਾਕੇ ਦੇ ਲੋਕਾਂ ਦੇ ਰੋਸ ਵਿੱਚ ਆਉਣਾ ਵੀ ਵਾਜਬ ਹੈ। ਹੁਣ ਇਲਾਕੇ ਦੇ ਲੋਕ ਦੋਨਾਂ ਹੀ ਆਗੂਆਂ ਦੇ ਖਿਲਾਫ ਆਪਣੀ ਭੜਾਸ ਕੱਢ ਰਹੇ ਨੇ। ਸਭ ਤੋਂ ਪਹਿਲਾਂ ਸੁਣਦੇ ਹਾਂ ਕਿ ਪਠਾਨਕੋਟ ਦੇ ਲੋਕ ਇਸ ਮਾਮਲੇ ਬਾਰੇ ਦੋਨਾਂ ਵਿਧਾਇਕ ਤੇ MP ਨੂੰ ਕੀ ਕੁਝ ਆਖ ਰਹੇ ਨੇ। ਇਹ ਸੁਣਦੇ ਹਾਂ ਲੋਕਾਂ ਦੀ ਜ਼ੁਬਾਨ। ਪਾ ਕੇ ਉਹਨਾਂ ਨੂੰ ਜਿਤਾ ਕੇ MP ਬਣਾਇਆ। ਇਹਨਾਂ ਨੇ ਪਬਲਿਕ ਦਾ ਅਜੇ ਤੱਕ ਕੋਈ ਵਾਅਦਾ ਪੂਰਾ ਨਹੀਂ ਕੀਤਾ, ਨਾ ਹੀ ਪਬਲਿਕ ਦਾ ਕੋਈ ਇਹਨਾਂ ਨੇ ਮਤਲਬ ਕੋਈ ਆਣ ਕੇ ਲੋਕਾਂ ਦੀ ਸੁਣਵਾਈ ਕੀਤੀ ਕਿਸੇ ਕੰਮ ਦੀ ਵੀ। ਸਿਰਫ ਇਹਨਾਂ ਨੇ ਆਪਣੇ MLA ਦੀ ਲੜਕੀ ਨੂੰ ਗੱਡੀ ਦੇਣ ਦੀ ਕੋਸ਼ਿਸ਼ ਕੀਤੀ ਕਿਉਂਕਿ ਬਾਕੀ ਪਬਲਿਕ ਹੈ ਨਹੀਂ। ਬਾਕੀ ਪਬਲਿਕ ਦਾ ਵੀ ਕੰਮ ਕਰਨਾ ਚਾਹੀਦਾ। ਬਾਕੀ MLA MP ਸਾਰੇ ਹੈਗੇ ਨੇ ਪਬਲਿਕ ਦੇ ਵਿੱਚ ਆ ਕੇ ਵਿਚਾਰ ਬਟਾਲੇ ਦਾ ਇੱਕ ਵਾਰੀ ਵੀ ਇਹਨਾਂ ਨੇ ਨਹੀਂ ਪੁੱਛਿਆ। ਮੈਂ ਪਹਿਲਾਂ ਤੇ ਵਧਾਈ ਦਿੰਦਾ ਜ਼ਿਲ੍ਹਾ ਗੁਰਦਾਸਪੁਰ ਵਾਸੀਆਂ ਨੂੰ, ਪਠਾਨਕੋਟ ਵਾਸੀਆਂ ਨੂੰ, ਸੁਜਾਨਪੁਰ ਵਾਸੀਆਂ ਨੂੰ, ਬਟਾਲਾ ਵਾਸੀਆਂ ਨੂੰ ਕਿ ਜਿਨ੍ਹਾਂ ਨੇ ਬੜੀ ਸ਼ੌਂਕ ਨਾਲ ਕਈਆਂ ਨੇ ਇਹਨਾਂ ਦੀ ਗੱਡੀਆਂ 'ਤੇ ਚੜ੍ਹ ਕੇ ਕਈ ਲੇਡੀਜ਼ ਨੇ ਇਹਨਾਂ ਨੂੰ ਕਿਸ ਵੀ ਕੀਤੀ ਕਿ ਮੈਂ ਬੜੀ ਉਹਨਾਂ ਨੂੰ ਤਾਰੀਫ ਕਰਾਂਗਾ ਕਿ ਤੁਸੀਂ ਕੈਂਡੀਡੇਟ ਚੁਣਿਆ ਜਿਹੜਾ ਤੁਹਾਡੀ ਤਾਂ ਆਵਾਜ਼ ਨਹੀਂ ਚੁੱਕਦਾ ਪਿਆ, ਪਰ ਇੱਕ MLA ਦੀ ਕੁੜੀ ਦੀ ਥਾਰ ਗੱਡੀ ਵਾਸਤੇ ਜ਼ਰੂਰ ਚਿੱਠੀਆਂ ਲਿਖਦਾ ਪਿਆ। ਇੱਥੇ ਕਈ ਸਕੂਲਾਂ ਦੀ ਲੋੜ ਹੈ, ਕਰੋਨਾ ਕਾਲ 'ਚ ਲੋਕੀ ਮਰ ਗਏ, ਇੱਕ ਵਾਰੀ ਇਸ ਬੰਦੇ ਨੇ ਦੁਬਾਰਾ ਮੁੜ ਕੇ ਦਰਸ਼ਨ ਨਹੀਂ ਦਿੱਤੇ। ਅੱਜ ਇੱਕ ਸੋਸ਼ਲ ਮੀਡੀਆ ਤੇ ਬੜੀ ਵੀਡੀਓ ਵਾਇਰਲ ਹੋ ਰਹੀ ਹੈ ਕਿ ਸਨੀ ਦਿਓਲ ਜੀ ਨੇ ਦਿਨੇਸ਼ ਸਿੰਘ ਬੱਬੂ ਜੀ ਜੋ ਕਿ ਪੰਜਾਬ ਦੇ ਵਿਧਾਇਕ ਨੇ ਸਾਡੇ ਪਠਾਨਕੋਟ ਸੁਜਾਨਪੁਰ ਤੋਂ, ਤੇ ਉਹਨਾਂ ਦੀ ਬੇਟੀ ਨੂੰ ਇਹਨਾਂ ਨੇ ਗੱਡੀ ਦਿਵਾਉਣ ਲਈ ਇੱਕ ਮਹਿੰਦਰਾ ਕੰਪਨੀ ਨੂੰ ਲੈਟਰ ਕੱਢੀ ਹੈ ਕਿ ਇਹਨਾਂ ਨੂੰ ਜਲਦੀ ਹੀ ਗੱਡੀ ਦੀ ਡਿਲੀਵਰੀ ਕੀਤੀ ਜਾਏ। ਅਸੀਂ ਇਹ ਮੰਗ ਕਰਨੇ MP ਸਾਹਿਬ ਕੋ ਕਿ ਇਸ ਤਰ੍ਹਾਂ ਦੀਆਂ ਬਚਕਾਨੀਆਂ ਹਰਕਤਾਂ ਨਾ ਕਰੋ। ਹੀ ਇਜ਼ MP ਆਫ ਆਵਰ ਕਨਸਟੀਚੁਐਂਸੀ। ਇਸ ਤਰ੍ਹਾਂ ਦੀ ਬਚਕਾਨੀਆਂ ਹਰਕਤਾਂ ਕਰਨ ਦੀ ਬਜਾਏ ਚੰਗੀਆਂ ਕੰਮ ਕਰੋ ਜਿਹਦੇ ਨਾਲ ਹੀ ਤੁਹਾਨੂੰ ਯਾਦ ਰੱਖੀਏ। ਦੇਖੋ ਤੁਸੀਂ ਕੋਵਿਡ ਦੇ ਟਾਈਮ ਤੇ ਬਹਾਨਾ ਲਾਤਾ ਮੈਂ ਕੋਵਿਡ ਕਰਕੇ ਆਪਣੇ ਲੋਕਾਂ ਕੋ ਨਹੀਂ ਆ ਸਕਦਾ। ਤੁਸੀਂ ਆਏ ਕਿਸ ਵੇਲੇ ਹੋ? ਕੋਵਿਡ ਦੁਬਾਰਾ ਆਉਣ ਦੇ ਟਾਈਮ ਆ ਗਿਆ, ਤੁਸੀਂ ਅਜੇ ਤੱਕ ਨਹੀਂ ਆਏ ਨੂੰ ਮਿਲਣ। ਤੁਸੀਂ ਕਦੀ ਵੀ ਆਏ ਹੋ ਮਿਲਣ ਵਾਸਤੇ ਕੋਈ ਇੱਕ ਚੀਜ਼ ਦੱਸੋ ਕਿ ਹਾਂ ਜੀ ਮੈਂ ਬਟਾਲੇ ਦੇ ਲੋਕਾਂ ਨੂੰ ਮਿਲਣ ਆਇਆ। ਬਟਾਲੇ 'ਚ ਵਿੱਚ ਅਗਰ ਤੁਸੀਂ ਗੁਰਦਾਸਪੁਰ 'ਚ ਆਉਂਦੇ ਹੋ, ਤੁਸੀਂ ਇੱਕ ਕਮਰੇ 'ਚ ਬਹਿ ਜਾਂਦੇ ਹੋ, ਉੱਥੇ ਤੁਹਾਡੇ BJP ਦੇ ਲੀਡਰ ਜਾ ਕੇ ਤੁਹਾਡੇ ਨਾਲ ਫੋਟੋਆਂ ਖਿਚਾਉਂਦੇ ਨੇ। ਸਾਡੇ ਪੱਤਰਕਾਰ ਭਾਈ ਸਾਹਿਬ ਜਿਹੜੇ ਹੈਗੇ ਨੇ ਇਹ ਵੀ ਤੁਹਾਡੇ ਨਾਲ ਬੜੀਆਂ ਫੋਟੋਆਂ ਖਿਚਾ ਕੇ ਆਉਂਦੇ ਆ। ਕਦੀ ਤੁਸੀਂ ਲੋਕਾਂ ਨਾਲ ਫੋਟੋ ਖਿਚਾਈ ਹੈ? ਸਨੀ ਦਿਓਲ ਨੂੰ ਮੈਸੇਜ ਭੇਜ ਰਹੇ ਨੇ ਪਠਾਨਕੋਟ ਦੇ ਲੋਕ ਕਿ ਇਸ ਤਰ੍ਹਾਂ ਦੀਆਂ ਬਚਕਾਨੀਆਂ ਹਰਕਤਾਂ ਨਾ ਕਰੋ। ਸਭ ਤੋਂ ਪਹਿਲਾਂ ਇਹ ਦੇਖ ਲੈਂਦੇ ਆ ਕਿ ਗੁਰਦਾਸਪੁਰ ਤੋਂ ਸਨੀ ਦਿਓਲ ਮੈਂਬਰ ਪਾਰਲੀਮੈਂਟ ਚੁਣੇ ਗਏ ਸੀ। ਗੁਰਦਾਸਪੁਰ ਦੇ ਜਿਹੜੇ ਇਸ ਹਲਕੇ ਦੇ ਲੋਕ ਨੇ ਸ਼ਾਇਦ ਉਹ ਬਾਲੀਵੁੱਡ ਨੂੰ ਬਹੁਤ ਪਿਆਰ ਕਰਦੇ ਨੇ। ਇਸੇ ਕਾਰਨ ਹੈ ਕਿ ਭਾਜਪਾ ਵਾਰ-ਵਾਰ ਬਾਲੀਵੁੱਡ ਐਕਟਰਾਂ ਨੂੰ ਹੀ ਇਸ ਸੀਟ ਤੋਂ ਖੜਾ ਕਰਦੀ ਹੈ ਤੇ ਲੋਕ ਵੀ ਬੜੇ ਸ਼ੌਂਕ ਦੇ ਨਾਲ ਇਹਨਾਂ ਬਾਲੀਵੁੱਡ ਦੇ ਜੋ ਰੀਲ ਦੇ ਹੀਰੋ ਹੁੰਦੇ ਨੇ, ਰੀਅਲ ਦੇ ਵਿੱਚ ਕੁਝ ਹੋਰ ਨਿਕਲਦੇ ਨੇ, ਉਹਨਾਂ ਨੂੰ ਚੁਣ ਲੈਂਦੇ ਨੇ। ਫਿਰ ਜਦੋਂ ਲੋਕ ਇਸ ਤਰ੍ਹਾਂ ਦੇ ਰੀਲ ਵਾਲੇ, ਸਿਰਫ ਰੀਲ ਤੇ ਦਿਖਾਈ ਦੇਣ ਵਾਲੇ ਹੀਰੋਆਂ ਨੂੰ ਚੁਣ ਕੇ ਆਪਣੇ ਮੰਤਰੀ ਜਾਂ ਸੰਸਦ ਮੈਂਬਰ MP ਬਣਾ ਲੈਂਦੇ ਨੇ ਤੇ ਫਿਰ ਉਹਨਾਂ ਤੋਂ
ਕੰਮ ਦੀ ਉਮੀਦ ਕਿਸ ਤਰੀਕੇ ਦੇ ਨਾਲ ਕੀਤੀ ਜਾ ਸਕਦੀ ਹੈ। ਰਿਕਾਰਡ ਬੋਲਦਾ, ਅਸੀਂ ਨਹੀਂ ਕਹਿ ਰਹੇ ਸਨੀ ਦਿਓਲ ਦਾ ਪਿਛਲਾ ਤੁਸੀਂ ਰਿਕਾਰਡ ਚੱਕ ਲਓ ਕਿ ਸਨੀ ਦਿਓਲ ਜਿੱਤਣ ਤੋਂ ਬਾਅਦ ਕਿੰਨੀ ਕੁ ਵਾਰ ਗੁਰਦਾਸਪੁਰ ਆਏ ਨੇ, ਕਿੰਨੇ ਕੁ ਲੋਕਾਂ ਦੇ ਕੰਮ ਕਰਾਏ ਨੇ, ਕਿੰਨਾ ਕੁ ਇਹਨਾਂ ਨੇ ਆਪਣੇ ਹਲਕੇ ਦੇ ਵਿਕਾਸ ਵੱਲ ਧਿਆਨ ਦਿੱਤਾ ਹੈ। ਸਾਡੇ ਕੋਲ ਇੱਕ ਰਿਪੋਰਟ ਹੈ ਤੇ ਉਹਦੇ ਵਿੱਚ ਦੱਸਦੇ ਆ ਕਿ ਪਠਾਨਕੋਟ ਦੇ ਵਿੱਚ ਜਿਹੜਾ ਰੇਲ ਮਾਰਗ ਹੈ, ਰੇਲ ਨਿਕਲਦੀ ਹੈ ਤੇ ਉੱਥੇ ਫਾਟਕਾਂ ਤੇ ਟ੍ਰੈਫਿਕ ਸਮੱਸਿਆ ਹਰ ਰੋਜ਼ ਕਈ ਘੰਟੇ ਤੱਕ ਲੱਗੀ ਰਹਿੰਦੀ ਹੈ। ਤੇ ਇੱਕ ਰੇਲਵੇ ਟਰੈਕ ਤਾਂ ਐਸਾ ਹੈ ਕਿ ਉਹ 3 ਕਿਲੋਮੀਟਰ ਦੇ ਦਾਇਰੇ ਦੇ ਵਿੱਚ 9 ਫਾਟਕ ਆਉਂਦੇ ਨੇ। 3 ਕਿਲੋਮੀਟਰ ਰੇਲਵੇ ਟਰੈਕ ਹੈ, ਸ਼ਹਿਰ ਦੇ ਵਿੱਚੋਂ ਹੋ ਕੇ ਗੁਜ਼ਰਦਾ ਤੇ ਉਹਦੇ ਤੇ 9 ਫਾਟਕ ਨੇ ਤੇ ਪੁਲ ਨਹੀਂ ਹੈਗਾ ਤੇ ਇਸ ਕਰਕੇ ਟ੍ਰੈਫਿਕ ਦੀ ਬੜੀ ਵੱਡੀ ਸਮੱਸਿਆ ਬਣੀ ਹੋਈ ਹੈ। ਸਨੀ ਦਿਓਲ ਨੇ ਇਸ ਵੱਲ ਕੋਈ ਧਿਆਨ ਨਹੀਂ ਦਿੱਤਾ। ਹਾਲਾਂਕਿ ਸੁਜਾਨਪੁਰ ਦੇ ਜਿਹੜੇ ਭਾਜਪਾ ਦੇ ਵਿਧਾਇਕ ਇਹ ਵੀ ਲਗਾਤਾਰ ਜਾਣਕਾਰੀ ਅਨੁਸਾਰ ਪਿਛਲੇ 15 ਸਾਲਾਂ ਤੋਂ ਵਿਧਾਇਕ ਬਣਦੇ ਆ ਰਹੇ ਨੇ, ਪਰ ਇਹਨਾਂ ਨੇ ਵੀ ਇਸ ਕੰਮ ਵੱਲ ਕੋਈ ਧਿਆਨ ਨਹੀਂ ਦਿੱਤਾ। ਤੇ ਪਿਛਲੇ ਜਿਹੜੇ ਐਮਪੀ ਸੀ ਗੁਰਦਾਸਪੁਰ ਦੇ ਤੇ ਉਹਨਾਂ ਨੇ ਜ਼ਰੂਰ ਕੁਝ ਪੁਲਾਂ ਦਾ ਨਿਰਮਾਣ ਵਿਨੋਦ ਖੰਨਾ ਨੇ ਕਰਵਾਇਆ ਸੀ। ਤੇ ਇੱਕ ਸ਼ਹਿਰ ਦੇ ਵਿੱਚ ਕੋਈ ਇੰਡਸਟਰੀ ਵੀ ਨਹੀਂ ਹੈ। ਇੰਡਸਟਰੀ ਨਾ ਹੋਣ ਕਾਰਨ ਸ਼ਹਿਰ ਦਾ ਵਿਕਾਸ ਰੁਕਿਆ ਹੋਇਆ। ਸ਼ਹਿਰ ਦੇ ਆਸ-ਪਾਸ ਦੇ ਇਲਾਕੇ ਦੇ ਜਿਹੜੇ ਨੌਜਵਾਨ ਨੇ ਉਹ ਬੇਰੁਜ਼ਗਾਰ ਨੇ। ਜੇਕਰ ਉਹਨਾਂ ਨੇ ਕੰਮ ਕਰਨਾ ਤਾਂ ਉਹਨਾਂ ਨੂੰ ਦੂਰ ਦਰਾਡੇ ਸ਼ਹਿਰਾਂ ਦੇ ਵਿੱਚ ਜਾਣਾ ਪੈਂਦਾ। ਇੰਡਸਟਰੀ ਲੱਗਦੀ ਤਾਂ ਨੌਜਵਾਨਾਂ ਨੂੰ ਰੁਜ਼ਗਾਰ ਵੀ ਮਿਲਦਾ, ਪਰ ਸ਼ਾਇਦ ਨਾ ਤਾਂ ਵਿਧਾਇਕ ਸਾਹਿਬ ਨੂੰ ਤੇ ਨਾ ਹੀ ਐਮਪੀ ਸਾਹਿਬ ਨੂੰ ਇਹਨਾਂ ਗੱਲਾਂ ਦਾ ਕੋਈ ਫਿਕਰ ਫਾਕਾ ਹੈ ਨਹੀਂਗਾ। ਜੇ ਫਿਕਰ ਹੈ ਤਾਂ ਇਹ ਹੈ ਕਿ ਥਾਰ ਗੱਡੀ ਸ਼ੋਰੂਮ ਤੋਂ ਜਲਦੀ ਕਿਸ ਤਰੀਕੇ ਦੇ ਨਾਲ ਲੈਣੀ ਹੈ। ਸੋ ਕਿਉਂਕਿ ਇਹ ਦੋਨੋਂ ਆਗੂ ਭਾਜਪਾ ਦੇ ਨਾਲ ਸੰਬੰਧਿਤ ਨੇ, ਸੰਬੰਧ ਰੱਖਦੇ ਨੇ ਭਾਜਪਾ ਪਾਰਟੀ ਦੇ ਨਾਲ, ਸੋ ਬੜਾ ਜ਼ਰੂਰੀ ਹੋ ਜਾਂਦਾ ਕਿ ਭਾਜਪਾ ਤੋਂ ਹੀ ਇਸ ਬਾਰੇ ਪੱਖ ਹਾਸਲ ਕੀਤਾ ਜਾਏ। ਸਾਡੇ ਨਾਲ ਫੋਨ ਲਾਈਨ ਤੇ ਲਾਈਵ ਜੁੜੇ ਨੇ ਭਾਜਪਾ ਦੇ ਸੀਨੀਅਰ ਆਗੂ ਮਾਸਟਰ ਮੋਹਨ ਲਾਲ ਜੀ। ਮਾਸਟਰ ਜੀ ਬਹੁਤ ਬਹੁਤ ਸਵਾਗਤ ਹੈ। ਨਹੀਂ ਹੁਕਮ ਕਰੋ ਕੀ ਹੈ ਮਾਸਟਰ ਜੀ, ਜਿਹੜੀ ਤੁਹਾਡੇ ਐਮਪੀ ਸਨੀ ਦਿਓਲ ਵੱਲੋਂ ਥਾਰ ਗੱਡੀ ਲੈਣ ਦੇ ਲਈ ਇੱਕ ਚਿੱਠੀ ਲਿਖੀ ਗਈ ਸੀ, ਉਹ ਵਾਇਰਲ ਹੋ ਰਹੀ ਆ ਬੜੀ, ਤੇ ਲੋਕ ਸਵਾਲ ਪੁੱਛ ਰਹੇ ਨੇ ਇਲਾਕੇ ਦੇ ਕਿ ਉਹਨਾਂ ਦੇ ਅਨੁਸਾਰ ਇਹ ਹੈ ਕਿ ਐਮਪੀ ਸਾਹਿਬ ਬਚਕਾਨੀਆਂ ਹਰਕਤਾਂ ਨਾ ਕਰਨ। ਇਹ ਲੋਕਾਂ ਦੀ ਜ਼ੁਬਾਨੀ ਹੈ। ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਤੁਸੀਂ ਪਾਰਟੀ ਦੇ ਸੀਨੀਅਰ ਆਗੂ ਹੋ, ਕਿਸ ਤਰ੍ਹਾਂ ਦੀਆਂ ਇਹ ਸ਼ੋਭਾ ਦਿੰਦਾ ਇੱਕ ਐਮਪੀ ਨੂੰ ਕਿ ਇੱਕ ਗੱਡੀ ਲੈਣ ਦੇ ਲਈ ਇੱਕ ਸ਼ੋਰੂਮ ਮਾਲਕ ਨੂੰ ਇਹ ਚਿੱਠੀ ਇਸ ਤਰੀਕੇ ਦੇ ਨਾਲ ਲਿਖੀ ਜਾਵੇ? ਦੇਖੋ, ਇਹ ਇੱਕ ਪਰਿਵਾਰਿਕ ਮਸਲਾ ਸੀ ਜਿਹੜਾ ਪ੍ਰੈਸ ਨੇ ਫੜ ਲਿਆ ਜੀ। ਮੇਰੇ ਕੋਲ ਅੱਜ 10 ਪ੍ਰੈਸ ਵਾਲਿਆਂ ਦੇ ਟੈਲੀਫੋਨ ਹੈ। ਪ੍ਰੈਸ ਵਾਲੇ ਪਰਿਵਾਰਿਕ ਮਸਲਾ ਹੈ, ਯਾਨੀ ਸਾਡਾ ਐਮਐਲਏ ਹੈ ਦਿਨੇਸ਼ ਸਿੰਘ ਬੱਬੂ ਸੁਜਾਨਪੁਰ ਤੋਂ ਜੀ। ਉਹਦੀ ਲੜਕੀ ਨੇ ਕਾਰ ਮੰਗੀ ਹੋਣੀ ਹੈ, ਉਹ ਕਾਰ ਬੜੀ ਦੇਰ ਹੋ ਗਿਆ ਬੁੱਕ ਕਰਾਏ ਦੇ, ਬੁੱਕ ਕਰਕੇ ਕਾਰ ਉਹਨੂੰ ਨਹੀਂ ਮਿਲੀ ਜੀ। ਉਹਨੇ ਸਨੀ ਦਿਓਲ ਨੇ ਕਿਹਾ ਮੇਰੀ ਸਿਫਾਰਿਸ਼ ਕਰ ਦਿਓ। ਉਹਨੇ ਉਹ ਸਿਫਾਰਿਸ਼ ਦੀ ਲੈਟਰ ਲਿਖ ਦਿੱਤਾ ਜੀ। ਦਿਸ ਇਜ਼ ਨਾਟ ਐਨ ਇਸ਼ੂ। ਇਹ ਇਸ਼ੂ ਨਹੀਂ ਸੀਗਾ ਜਿਹਨੂੰ ਇਸ਼ੂ ਬਣਾ ਦਿੱਤਾ ਗਿਆ। ਇਸ਼ੂ ਮਾਸਟਰ ਜੀ ਤੁਹਾਨੂੰ ਨਹੀਂ ਲੱਗਦਾ ਕਿ ਠੀਕ ਹੈ ਇਸ਼ੂ ਨਹੀਂ ਸੀਗਾ ਕੋਈ? ਲੋਕ ਸਵਾਲ ਨਾ ਚੁੱਕਦੇ ਜੇਕਰ ਸਨੀ ਦਿਓਲ ਪਹਿਲਾਂ ਕੰਮ ਕਰਾ ਦਿੰਦੇ, ਵਿਕਾਸ ਕਾਰਜ ਕਰਵਾ ਦਿੰਦੇ। ਆਉਂਦੇ ਤਾਂ ਉਹ ਹੈ ਨਹੀਂ ਇਲਾਕੇ ਦੇ ਵਿੱਚ, ਤੇ ਜਦੋਂ ਲੋਕਾਂ ਨੂੰ ਪਤਾ ਲੱਗਦਾ ਕਿ ਆਪਣੀ ਵਿਧਾਇਕ ਦੇ ਲਈ ਉਹ ਕੰਮਾਂ ਕਰਾਉਣ ਦੇ ਲਈ ਉਹ ਚਿੱਠੀਆਂ ਲਿਖਦੇ ਨੇ, ਕੋਈ ਲੋਕਾਂ ਦਾ ਕੋਈ ਕੰਮ ਨਹੀਂ ਕਰਾ ਰਹੇ, ਫਿਰ ਤਾਂ ਲੋਕਾਂ ਦਾ ਗੁੱਸਾ ਜਾਇਜ਼ ਆ ਨਾ। ਜੇ ਉਹਨਾਂ ਕੰਮ ਕਰਾਇਆ ਹੁੰਦਾ ਉਹਨਾਂ ਨੇ ਫਿਰ ਕਹਿ ਸਕਦੇ ਸੀ ਕਿ ਇਸ ਇਸ਼ੂ ਨੂੰ ਬਾਹਲਾ ਚੱਕਣ ਦੀ ਲੋੜ ਨਹੀਂ। ਦੇਖੋ, ਐਸੇ ਜਿਹੜੇ ਬੜੇ ਨਾਜ਼ੁਕ ਵਿਸ਼ੇ ਹੈ ਨਾ ਜੀ, ਕਿਸੇ ਐਮਪੀ ਦੇ ਬਾਰੇ ਚ ਕਿ ਵੀ ਉਹ ਆ ਨਹੀਂ ਰਿਹਾ, ਨਾ ਆ ਰਿਹਾ, ਮੈਂ ਇਹ ਸਮਝਦਾ ਇਹ ਬੈਟਰ ਹੈ ਕਿ ਬਈ ਬੀਜੇਪੀ ਦੀ ਹਾਈ ਕਮਾਂਡ ਤੋਂ ਪੁੱਛਿਆ ਜਾਏ ਜੀ। ਜਿੱਥੋਂ ਤੱਕ ਸਨੀ ਦਿਓਲ ਦਾ ਸੰਬੰਧ ਹੈ, ਬੜਾ ਸ਼ਰੀਫ ਇੱਕ ਆਦਮੀ ਹੈ ਔਰ ਬੜਾ ਵੱਡਾ ਸਟਾਲਵਰਟ ਹੈ, ਬੜਾ ਉੱਚਾ ਫਿਲਮ ਇੰਡਸਟਰੀ ਦਾ ਹੀਰੋ ਹੈ ਉਹ। ਨਹੀਂ, ਹੁਣ ਵੀ ਉਹ ਹੀਰੋ ਮੰਨੀਏ ਉਹਨਾਂ ਨੂੰ ਜਾਂ ਫਿਰ ਇੱਕ ਐਮਪੀ ਮੰਨੀਏ ਜੀ? ਨਹੀਂ ਜੀ, ਉਹਨੂੰ ਆਉਣਾ ਚਾਹੀਦਾ ਸੀ, ਇਹਦੇ ਚ ਕੋਈ ਦੋ ਰਾਏ ਨਹੀਂ। ਜਿਹੜੀ ਤੁਸੀਂ ਗੱਲ ਕਹਿ ਰਹੇ ਹੋ ਨਾ, ਬੜੇ ਚੰਗੇ ਐਂਕਰ ਹੋ ਤੁਸੀਂ, ਬੜੀ ਅੱਛੀ ਗੱਲ ਕਰ ਰਹੇ ਹੋ, ਉਹਨਾਂ ਨੂੰ ਆਉਣਾ ਚਾਹੀਦਾ ਹੈ। ਪਰ ਪਾਰਟੀ ਨਾਲ ਉਹਦੀ ਸ਼ਰਤ ਇਹੀ ਸੀ ਕਿ ਮੈਂ ਤੁਹਾਨੂੰ ਇਲੈਕਸ਼ਨ ਜਿੱਤੇ ਨਾ। ਪਾਰਟੀ ਨੂੰ ਚੀਜ਼ ਚਾਹੀਦੀ ਸੀਟ ਜਿੱਤਣ ਵਾਸਤੇ, ਉਹ ਸੀਟ ਜਿੱਤ ਗਏ। ਯਾਨੀ ਕੋਈ ਧਰਮਿੰਦਰ ਉਹਦਾ ਪਿਓ ਖੜਾ ਹੋਇਆ ਸੀ ਬੀਕਾਨੇਰ ਚ, ਉਹਨੂੰ 3 ਮਹੀਨੇ ਦੇ ਬਾਅਦ ਰਿਜ਼ਾਈਨ ਦੇਣਾ ਪਿਆ ਸੀਗਾ ਜੀ। ਇਹ ਸਵਾਲ ਹੈ ਜਿਹੜੇ ਐਕਟਰਾਂ ਦੇ ਉੱਤੇ। ਮੈਂ ਪੁੱਛਣਾ ਜੀ, ਵਿਨੋਦ ਖੰਨਾ 4 ਵਾਰੀ ਐਂਟੀ ਰਿਹਾ, 6 ਮਹੀਨੇ ਚ ਇੱਕ ਦਿਨ ਆਉਂਦਾ ਸੀ, ਬਸ ਦੂਜੇ ਦਿਨ ਚਲੇ ਜਾਂਦਾ। 6 ਆਦਮੀਆਂ ਤੋਂ ਬਾਹਰ ਕਦੇ ਨਿਕਲੇ ਨਹੀਂ ਸੀ ਵਿਚਾਰਾ ਉਹ ਜੀ। ਇਹਨਾਂ ਆਦਮੀਆਂ ਨੂੰ ਦੇਖੋ, ਜਿਹੜੇ ਫਿਲਮੀ ਹਸਤੀਆਂ ਹੁੰਦੀਆਂ, ਸੈਲੀਬ੍ਰਿਟੀ ਹੁੰਦੀ ਹੈ, ਉਹ ਨਾ ਉਹਨਾਂ ਨੂੰ ਵਿਕਾਸ ਦਾ ਪਤਾ ਹੁੰਦਾ, ਨਾ ਉਹਨਾਂ ਨੂੰ ਜਨਤਾ ਦੀਆਂ ਆਕਾਂਖਸ਼ਾਵਾਂ ਦਾ ਪਤਾ ਹੁੰਦਾ। ਮਾਸਟਰ ਜੀ ਵੱਡੀ ਗੱਲ ਕਹਿ ਰਹੇ ਹੋ, ਵੱਡੀ ਗੱਲ ਕਹਿ ਰਹੇ ਹੋ ਜੀ। ਜੇ ਇਸ ਤਰ੍ਹਾਂ ਦੇ ਲੋਕਾਂ ਨੂੰ ਵਿਕਾਸ ਦਾ ਹੀ ਨਹੀਂ ਪਤਾ, ਫਿਰ ਪਾਰਟੀਆਂ ਕਿਉਂ ਉਹਨਾਂ ਨੂੰ ਖੜਾ ਕਰਦੀਆਂ ਨੇ, ਕਿਉਂ ਸੀਟ ਤੇ ਲੈ ਕੇ ਆਉਂਦੀਆਂ ਨੇ ਜੇ ਉਹਨਾਂ ਨੂੰ ਵਿਕਾਸ ਕਰਨ ਦਾ ਹੀ ਨਹੀਂ ਪਤਾ? ਫਿਰ
ਫਿਰ ਤਾਂ ਤੁਹਾਡੀ ਪਾਰਟੀ ਤੇ ਹਾਈ ਕਮਾਂਡ ਤੇ ਵੱਡਾ ਸਵਾਲ ਖੜਾ ਹੋ ਰਿਹਾ ਹੈ। ਬੱਚੇ ਮੇਰੀ ਗੱਲ ਸੁਣੋ ਜੀ। ਇਹ ਜਿਹੜੇ ਐਸੇ ਸਵਾਲ ਹੈ ਨਾ ਜੀ, ਉਹ ਸ਼ਨੀ ਜੋ ਮੈਂ ਇੰਨਾ ਬੜੀ ਜ਼ਾਤੀ ਤੌਰ ਤੇ ਕਹਿ ਸਕਦਾ ਕਿ ਉਹ ਬੜੇ ਸ਼ਰੀਫ ਦੇ ਆਦਮੀ ਨੇ। ਰਾਜਨੀਤੀ ਉਹਨਾਂ ਦਾ ਪੇਸ਼ਾ ਨਹੀਂ ਹੈਗਾ, ਇਹ ਗੱਲ ਸਮਝ ਲਓ। ਇਜ਼ ਨਾਟ ਅ ਪ੍ਰੋਫੈਸ਼ਨਲ ਪੋਲੀਟੀਸ਼ੀਅਨ। ਪ੍ਰੋਫੈਸ਼ਨਲ ਪੋਲੀਟੀਸ਼ੀਅਨ ਉਹ ਨਹੀਂ ਹੈਗਾ ਵਿਚਾਰਾ। ਔਰ ਉਸ ਆਦਮੀ ਨੂੰ ਇਲੈਕਸ਼ਨ ਲੜ ਕੇ ਚਲੇ ਗਿਆ, ਉਹ ਨਹੀਂ ਆਇਆ, ਤੇ ਇਹਦਾ ਜਵਾਬ ਸਿਰਫ ਤੁਸੀਂ ਹਾਈ ਕਮਾਂਡ ਤੋਂ ਪੁੱਛ ਸਕਦੇ ਹੋ। ਮੇਰੇ ਕੋਲੋਂ ਕੀ ਪੁੱਛਣਾ? ਮੈਂ ਤੇ ਪਾਰਟੀ ਦਾ ਇੱਕ ਸਿਪਾਹੀ ਹਾਂ। ਵਿਨੋਦ ਖੰਨਾ ਆਵੇ, ਸੰਨੀ ਦਿਓਲ ਆਵੇ, ਮੈਂ ਤੇ ਪਾਰਟੀ ਦੇ ਕੰਮ ਕਰਨਾ, ਬਸ ਇੰਨਾ ਮੇਰੇ ਹਿੱਸੇ 'ਚ ਇੰਨੀ ਗੱਲ ਆ। ਬਸ ਜੀ ਇਹ ਲੱਗ ਰਿਹਾ ਕਿ ਸ਼ਾਇਦ ਕਿਤੇ ਨਾ ਕਿਤੇ ਭਾਜਪਾ ਨੂੰ ਨਾ ਇਹ ਗੁਰਦਾਸਪੁਰ ਵਾਲੀ ਸੀਟ ਹਰ ਹਾਲ ਦੇ ਵਿੱਚ ਚਾਹੀਦੀ ਸੀ, ਇਸ ਲਈ ਉਹ ਸੰਨੀ ਦਿਓਲ ਨੂੰ ਲੈ ਆਏ ਨੇ, ਜਿਨ੍ਹਾਂ ਨੂੰ ਕੋਈ ਵਿਕਾਸ ਦਾ ਪਤਾ ਹੀ ਨਹੀਂ ਵਿਚਾਰਿਆਂ ਨੂੰ। ਸੀਟ ਕੱਢਣ ਵਾਸਤੇ ਫਿਰ ਇੱਕ ਬਾਲੀਵੁੱਡ ਸਟਾਰ ਦਾ ਫਾਇਦਾ ਚੁੱਕਿਆ ਗਿਆ ਭਾਜਪਾ ਦੇ ਵੱਲੋਂ, ਇਹੀ ਮਤਲਬ ਨਿਕਲ ਰਿਹਾ ਫਿਰ ਤਾਂ। ਤੁਸੀਂ ਇਹ ਗੱਲ ਬੜੇ ਠੀਕ ਤਰੀਕੇ ਨਾਲ ਪੁੱਟ ਕਰ ਰਹੇ ਹੋ। ਮੈਨੂੰ ਤੁਹਾਡੇ ਤੇ ਕੋਈ ਅਵਿਸ਼ਵਾਸ ਨਹੀਂ ਹੈਗਾ ਜੀ, ਪਰ ਪਾਰਟੀ 2019 ਦਾ ਪਾਰਲੀਮੈਂਟ ਦਾ ਜਿਹੜਾ ਚੁਣਾਵ ਲੜੀ ਸੀ, ਉਸ ਲਈ ਕ੍ਰਾਈਸਿਸ ਦੇਖੋ ਕਿੰਨਾ ਸੀਗਾ, ਸਾਰਾ ਆਪੋਜੀਸ਼ਨ ਇਕੱਠਾ ਸੀਗਾ ਜੀ। ਔਰ ਮੋਦੀ ਸਾਹਿਬ ਨੂੰ ਲੱਗਦਾ ਸੀ ਕਿ ਕਿਸੇ ਅਸੀਂ ਡੋਲ ਨਾ ਜਾਈਏ, ਇਸ ਕਰਕੇ ਉਹਨਾਂ ਨੇ ਸੈਲੀਬ੍ਰਿਟੀ ਦੇ ਉੱਤੇ ਹੱਥ ਰੱਖ ਦਿੱਤਾ, ਸੈਲੀਬ੍ਰੇਟ ਨੂੰ ਬਣਾਤਾ। ਉਹ ਜਿੱਤ ਵੀ ਗਏ, ਲੱਖ ਵੋਟਾਂ ਦੇ ਲਗਭਗ 92,000 ਵੋਟਾਂ ਦੇ ਜਿੱਤ ਗਿਆ ਸੰਨੀ ਦਿਓਲ ਜੀ ਜੀ। ਤੇ ਫਿਰ ਉਹ ਵਿਚਾਰਾ ਦਿੱਲੀ ਪਾਰਲੀਮੈਂਟ 'ਚ ਆ ਜਾਂਦਾ, ਉੱਥੇ ਕੰਮ ਕਰ ਜਾਂਦਾ, ਫਿਰ ਚਲੇ ਜਾਂਦਾ, ਉੱਥੋਂ ਤੱਕ ਹੀ ਸੀਮਤ ਹੈ। ਮੈਂ ਨਹੀਂ ਸਮਝਦਾ ਕਿ ਕੋਈ ਮੇਰੇ ਵਰਗਾ ਆਦਮੀ ਉਹਨਾਂ ਦੇ ਬਾਰੇ ਕਮੈਂਟ ਕਰੇ। ਉਹ ਸ਼ਰੀਫ ਆਦਮੀ ਹੈ ਵਿਚਾਰਾ। ਦੇਖੋ ਮੈਂ ਤੇ ਇੰਨੀ ਗੱਲ ਕਹਿ ਸਕਦਾ ਕਿ ਉਹ ਨਿਹਾਇਤ ਸ਼ਰੀਫ ਆਦਮੀ। ਠੀਕ ਹੈ ਮਾਸਟਰ ਜੀ, ਸੰਨੀ ਦਿਓਲ ਨੂੰ ਆਪਾਂ ਇੱਕ ਪਾਸੇ ਛੱਡਦੇ ਹਾਂ, ਆਪਾਂ ਦਿਨੇਸ਼ ਸਿੰਘ ਬੱਬੂ ਬਾਰੇ ਆਪਾਂ ਗੱਲਬਾਤ ਕਰ ਲੈਂਦੇ ਹਾਂ। ਲਗਾਤਾਰ ਵਿਧਾਇਕ ਬਣਦੇ ਆ ਰਹੇ ਨੇ, ਫਿਰ ਹੁਣ ਲੋਕ ਇਹ ਵੀ ਮਖੌਲ ਉਡਾ ਰਹੇ ਨੇ ਕਿ ਯਾਰ ਇੱਕ ਵਿਧਾਇਕ ਦੀ ਇੰਨੀ ਵੀ ਨਹੀਂ ਚੱਲਦੀ ਕਿ ਸ਼ੋਰੂਮ ਤੋਂ ਗੱਡੀ ਉਹ ਆਪਣੇ ਬਲਬੂਤੇ ਤੇ ਲੈ ਲੇ, ਉਹਨੂੰ ਐਮਪੀ ਦੀ ਸਹਾਇਤਾ ਲੈਣ ਦੀ ਲੋੜ ਪੈ ਰਹੀ ਹੈ। ਇਹ ਵੀ ਵੱਡੇ ਇੱਕ ਗੱਲ ਹੈ, ਕਿਉਂਕਿ ਜੇਕਰ ਕੋਈ ਸ਼ੋਰੂਮ ਵਾਲਾ ਇੱਕ ਵਿਧਾਇਕ ਦੀ ਨਹੀਂ ਮੰਨਦਾ ਤਾਂ ਫਿਰ ਜ਼ਾਹਰ ਤੌਰ ਤੇ ਹੈ ਕਿ ਉਹ ਵਿਧਾਇਕ ਕੋਈ ਵਿਕਾਸ ਕਾਰਜ ਕਰਵਾ ਹੀ ਨਹੀਂ ਸਕਦਾ। ਨਹੀਂ, ਤੁਸੀਂ ਨਾ ਇਹਨੂੰ ਇਸ ਤਰ੍ਹਾਂ ਨਾ ਲਵੋ, ਤੁਸੀਂ ਇਸ ਤਰ੍ਹਾਂ ਨਾ ਲਵੋ ਜੀ। ਉਹਨੇ ਆਪਣੇ ਐਮਪੀ ਨੂੰ ਸਨਮਾਨ ਦਿੱਤਾ ਹੈ, ਉਹਦੀ ਪਦ ਨੂੰ ਸਨਮਾਨ ਦਿੱਤਾ ਹੈ, ਸੰਨੀ ਦਿਓਲ ਨੂੰ ਸਨਮਾਨ ਦਿੱਤਾ ਹੈ ਕਿ ਇੱਕ ਕੰਮ ਮੇਰੇ ਕੋਲ ਨਹੀਂ ਹੋ ਰਿਹਾ, ਤੁਸੀਂ ਥੋੜੀ ਜਿਹੀ ਮੇਰੀ ਮਦਦ ਕਰ ਦਿਓ ਜੀ। ਫੈਮਿਲੀ 'ਚ ਅਗਰ ਉਹਨਾਂ ਨੂੰ ਕਾਰ ਚਾਹੀਦੀ ਹੈ ਜੀ ਜੀ, ਤੇ ਮੈਂ ਸਮਝਦਾ ਉਹਨੇ ਕੋਈ ਐਸੀ ਗੱਲ ਨਹੀਂ ਕੀਤੀ ਹੈ ਕਿ ਤੁਸੀਂ ਇਹਨੂੰ ਪਰਿਵਾਰ ਦੇ ਮਸਲੇ ਨੂੰ ਨਾ ਜੇ ਵੱਡਾ ਟੂਲ ਦੇਤਾ ਮੀਡੀਆ ਨੇ। ਮੈਂ ਤੇ ਹੈਰਾਨ ਹੋ ਗਿਆ, ਇਹ ਕੋਈ ਮਸਲਾ ਨਹੀਂ ਸੀ ਜਿਹਨੂੰ ਮਸਲਾ ਬਣਾ ਦਿੱਤਾ ਗਿਆ। ਚਲੋ ਠੀਕ ਹੈ। ਵੈਸੇ ਸਾਡਾ ਬੱਬੂ ਬੜਾ ਕਾਰਜਸ਼ੀਲ ਵਿਅਕਤੀ ਹੈ, ਕੰਮ ਕਰਨ ਵਾਲਾ ਆਦਮੀ ਹੈ। ਉਹਨਾਂ ਆਪਣੇ ਪਰਿਵਾਰ ਲਈ ਕੋਈ ਗੱਲ ਕਹੀ ਹੈ ਤੇ ਕੋਈ ਗੱਲ ਨਹੀਂ, ਉਹ ਮੈਨੂੰ ਵੀ ਕਹਿ ਸਕਦਾ, ਕਿਸੇ ਨੂੰ ਵੀ ਕਹਿ ਸਕਦਾ ਜੀ। ਠੀਕ ਹੈ। ਮੈਨੂੰ ਤੇ ਵੈਸੇ ਮੈਂ ਤੁਹਾਨੂੰ ਇਹ ਕਹਾਂ ਜੀ, ਮੈਨੂੰ ਐਡਮਿਨਿਸਟ੍ਰੇਸ਼ਨ ਤੋਂ ਕਿਸੇ ਕਾਰ ਏਜੰਸੀ ਤੋਂ ਕਦੇ ਕੋਈ ਸ਼ਿਕਾਇਤ ਨਹੀਂ ਹੋਈ। ਮੈਂ 1 ਮਿੰਟ ਕਰਨਾ, ਦੂਜੇ ਪਲ ਮੇਰੀ ਐਡਮਿਨਿਸਟ੍ਰੇਸ਼ਨ ਗੱਲ ਮੰਨਦੀ ਹੈ, ਇਹ ਜਿਹੜੀਆਂ ਏਜੰਸੀ ਵਾਲੀ ਗੱਲ ਮੰਨਦੀ ਹੈ, ਕੋਈ ਐਸੀ ਗੱਲ ਨਹੀਂ। ਬੱਬੂ ਨੂੰ ਜ਼ਰੂਰ ਸੀ, ਮੈਨੂੰ ਕਹਿੰਦਾ ਯਾਰ, ਮੈਂ ਕਹਿੰਦਾ ਜਾ ਕਰਕੇ ਉਹਨਾਂ ਨੇ ਦੇ ਦੇਣੀ ਸੀ ਕਾਰ ਉਸੇ ਵੇਲੇ ਜੀ। ਪਰ ਇੱਥੇ ਗਲਤੀ ਕਰ ਗਏ ਨਾ, ਉਹ ਤੁਹਾਡੇ ਕੋਲ ਨਹੀਂ ਆਏ, ਉਹ ਸਿੱਧਾ ਦਿੱਲੀ ਚਲੇ ਗਏ। ਚਲੋ ਠੀਕ ਹੈ ਮਾਸਟਰ ਜੀ, ਬਹੁਤ ਬਹੁਤ ਧੰਨਵਾਦ ਯਾਰ। ਇਹਨੂੰ ਤੂਲ ਮੇਰੇ ਬੜੇ ਅੱਛੇ ਐਂਕਰ ਹੋ ਤੁਸੀਂ, ਇਹਨੂੰ ਤੂਲ ਨਾ ਦਿਓ। ਐਵੇਂ ਬੱਬੂ ਨੂੰ ਵਿਚਾਰੇ ਨੂੰ ਜੀ, ਸ਼ਰੀਫ ਜਿਹਾ ਮੁੰਡਾ, ਉਹਨੂੰ ਐਵੇਂ ਤੁਸੀਂ ਘਸੀਟੀ ਜਾਂਦੇ ਹੋ ਜੀ ਜੀ। ਠੀਕ ਹੈ ਮਾਸਟਰ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ ਜੀ, ਗੱਲਬਾਤ ਕਰਨ ਦੇ ਬਹੁਤ ਬਹੁਤ ਸ਼ੁਕਰੀਆ ਜੀ। ਸੋ ਮਾਸਟਰ ਮੋਹਨ ਲਾਲ ਹੋਰਾਂ ਨੂੰ ਸੁਣ ਰਹੇ ਸੀ ਤੁਸੀਂ, ਜਿਵੇਂ ਨਾ ਕਿਵੇਂ ਸਹੀ, ਪਰ ਉਹਨਾਂ ਨੇ ਇਹ ਮੰਨ ਲਿਆ ਕਿ ਭਾਜਪਾ ਨੇ ਜਿਵੇਂ ਨਾ ਕਿਵੇਂ ਇਹ ਗੁਰਦਾਸਪੁਰ ਵਾਲੀ ਸੀਟ ਕੱਢਣੀ ਸੀ। ਮੋਦੀ ਸਾਹਿਬ ਨੂੰ ਵੀ ਉਦੋਂ ਲੱਗਦਾ ਸੀ, ਕਿਉਂਕਿ ਉਹ ਕਹਿੰਦੇ ਕਿ ਆਪੋਜੀਸ਼ਨ ਬੜੀ ਉਦੋਂ ਇਕੱਠੀ ਹੋਈ ਸੀ, ਸਟਰੋਂਗ ਸੀ, ਤੇ ਕਿਤੋਂ ਵੀ ਕਿਤੇ ਡੋਲ ਨਾ ਜਾਈਏ, ਇਸ ਕਰਕੇ ਗੁਰਦਾਸਪੁਰ ਦੀ ਸੀਟ ਭਾਜਪਾ ਨੂੰ ਕੱਢਣੀ ਬੜੀ ਅਹਿਮ ਸੀ। ਇਸੇ ਕਰਕੇ ਇੱਕ ਉਸ ਬੰਦੇ ਨੂੰ ਭਾਜਪਾ ਲੈ ਆਈ ਜੋ ਸਟਾਰ ਤਾਂ ਹੈ, ਜੋ ਹੀਰੋ ਤਾਂ ਹੈ, ਰੀਅਲ ਲਾਈਫ ਦੇ ਵਿੱਚ ਹੀਰੋ ਹੈ, ਰੀਅਲ ਲਾਈਫ ਦੇ ਵਿੱਚ ਉਹ ਹੀਰੋ ਨਹੀਂ ਹੈ, ਤੇ ਨਾ ਹੀ ਉਹਨੂੰ ਕੋਈ ਵਿਕਾਸ ਦੇ ਕੰਮਾਂ ਬਾਰੇ ਕੁਝ ਪਤਾ ਆ। ਫਿਰ ਵੀ ਭਾਜਪਾ ਵਰਗੀ ਵੱਡੀ ਪਾਰਟੀ ਜੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਆਪਣਾ ਬ੍ਰਾਂਡ ਸਮਝਦੀ ਹੈ, ਤੇ ਉਸ ਬ੍ਰਾਂਡ ਨੂੰ ਵੀ ਇੱਕ ਗੁਰਦਾਸਪੁਰ ਦੀ ਸੀਟ ਕੱਢਣ ਦੇ ਲਈ ਇੱਕ ਬਾਲੀਵੁੱਡ ਦੇ ਅਦਾਕਾਰ ਹੀਰੋ ਦੀ ਲੋੜ ਪੈ ਜਾਂਦੀ ਹੈ। ਤੇ ਇਹਦੇ 'ਚ ਹੁਣ ਗਲਤੀ ਕਿਹਦੀ ਕਹੀਏ? ਗਲਤੀ ਭਾਜਪਾ ਦੀ ਕਹੀਏ ਜਾਂ ਗੁਰਦਾਸਪੁਰ ਹਲਕੇ ਦੇ ਲੋਕਾਂ ਦੀ ਗਲਤੀ ਕਹੀਏ? ਇਹ ਹੁਣ ਲੋਕਾਂ ਨੂੰ ਆਪ ਸੋਚਣਾ ਪਏਗਾ। ਤੇ ਲੇਕਿਨ ਇਸ ਮੁੱਦੇ ਤੇ ਹੋਰ ਵੱਖ-ਵੱਖ ਪਾਰਟੀਆਂ, ਵਿਰੋਧੀ ਪਾਰਟੀਆਂ ਕੀ ਕਹਿ ਰਹੀਆਂ ਨੇ, ਇਹਨਾਂ ਬਾਰੇ ਵੀ ਗੱਲਬਾਤ ਕਰਨ ਦੀ ਅਸੀਂ ਕੋਸ਼ਿਸ਼ ਕਰਾਂਗੇ। ਤੇ ਲੇਕਿਨ ਇਹ ਸਵਾਲ ਜ਼ਰੂਰ ਉੱਠੇਗਾ ਜਿਹੜਾ ਕਿ ਮਾਸਟਰ ਮੋਹਨ ਲਾਲ ਹੋਰਾਂ ਦੇ ਕੋਲ ਵੀ ਮੈਂ ਉਠਾਇਆ ਸੀ ਕਿ ਜੇਕਰ ਇੱਕ ਵਿਧਾਇਕ ਨੂੰ ਆਪਣੇ ਹੀ ਇਲਾਕੇ ਦੇ ਵਿੱਚੋਂ ਸ਼ੋਰੂਮ ਤੋਂ ਕੋਈ ਗੱਡੀ ਆਪਣੇ ਕਹੇ ਤੇ ਨਹੀਂ ਮਿਲਦੀ, ਉਸ ਨੂੰ
ਆਪਣੇ ਵੱਡੇ ਐਮਪੀ ਦੀ ਸਿਫਾਰਿਸ਼ ਲਾਉਣ ਦੀ ਲੋੜ ਪੈਂਦੀ ਹੈ ਤੇ ਫਿਰ ਅਸੀਂ ਕਿਵੇਂ ਮੰਨ ਲਈਏ, ਲੋਕ ਕਿਵੇਂ ਮੰਨ ਲੈਣ ਕਿ ਉਹ ਵਿਧਾਇਕ ਕੰਮ ਕਰਾਉਣ ਦੇ ਕਾਬਿਲ ਹੈ ਜੋ ਆਪਣਾ ਕੰਮ ਖੁਦ ਹੀ ਨਹੀਂ ਕਰਵਾ ਸਕਦਾ। ਸੋ ਅਕਾਲੀ ਦਲ ਦੇ ਬੜੇ ਸੀਨੀਅਰ ਆਗੂ ਵਿਰਸਾ ਸਿੰਘ ਵਲਟੋਹਾ ਸਾਡੇ ਨਾਲ ਜੁੜੇ ਨੇ। ਵਲਟੋਹਾ ਸਾਹਿਬ ਬਹੁਤ ਬਹੁਤ ਸਵਾਗਤ ਹੈ ਜੀ। ਬਹੁਤ ਮਿਹਰਬਾਨੀ ਜੀ, ਥੈਂਕ ਯੂ। ਵਲਟੋਹਾ ਸਾਹਿਬ, ਸੁਣਿਆ ਹੀ ਹੋਣਾ ਤੁਸੀਂ ਕਿ ਭਾਜਪਾ ਦੇ ਐਮਪੀ ਸਨੀ ਦਿਓਲ ਦੇ ਵੱਲੋਂ ਆਪਣੇ ਭਾਜਪਾ ਦੇ ਹੀ ਵਿਧਾਇਕ ਦਿਨੇਸ਼ ਸਿੰਘ ਬੱਬੂ ਦੀ ਬੇਟੀ ਦੀ ਗੱਡੀ ਦੀ ਜਲਦੀ ਡਿਲੀਵਰੀ ਲੈਣ ਦੇ ਲਈ ਥਾਰ ਗੱਡੀ ਚਿੱਠੀ ਲਿਖੀ ਗਈ ਆ ਤੇ ਲੋਕ ਬੜਾ ਰੋਸ ਜਤਾ ਰਹੇ ਨੇ। ਲੋਕ ਕਹਿੰਦੇ ਕਿ ਐਮਪੀ ਸਾਹਿਬ ਨਾ ਤਾਂ ਇਲਾਕੇ 'ਚ ਆਉਂਦੇ ਆ, ਨਾ ਕੋਈ ਕੰਮ ਕਰਾਉਂਦੇ ਆ, ਆਪਣਾ ਤੇ ਆਪਣੇ ਲੋਕਾਂ ਦਾ ਹੀ ਕੰਮ ਤੱਕ ਸੀਮਤ ਨੇ ਉਹ ਸਿਰਫ। ਤੁਹਾਡਾ ਇੱਕ, ਤੁਸੀਂ ਕਿਉਂਕਿ ਅਕਾਲੀ ਦਲ ਤੋਂ ਜਦੋਂ ਇਹ ਚੋਣਾਂ ਪਈਆਂ ਸੀ, ਨੋ ਡਾਊਟ ਕਿ ਤੁਹਾਡੀ ਭਾਈਵਾਲੀ ਸੀ ਭਾਜਪਾ ਦੇ ਨਾਲ, ਲੇਕਿਨ ਇਸ ਵੇਲੇ ਤੁਸੀਂ ਭਾਜਪਾ ਤੋਂ ਅਲੱਗ ਹੋਏ ਹੋ ਤੇ ਹੁਣ ਕੀ ਮੰਨਦੇ ਹੋ ਕਿ ਜਿਹੜਾ ਇੱਕ ਐਮਪੀ ਨੂੰ ਸਿਰਫ ਇੱਕ ਗੱਡੀ ਲੈਣ ਦੇ ਲਈ ਉਹ ਇੱਕ ਚਿੱਠੀ ਲਿਖ ਕੇ ਅਪੀਲ ਕਰਨੀ ਪਵੇ ਸ਼ੋਰੂਮ ਨੂੰ? ਦੇਖੋ, ਜਿੱਥੋਂ ਤੱਕ ਭਾਵੇਂ ਅਸੀਂ ਅੱਜ ਗੱਠਜੋੜ 'ਚ ਨਹੀਂ ਜੀ, ਜੇ ਗੱਠਜੋੜ ਦੇ ਵਿੱਚ ਵੀ ਹੁੰਦੇ ਤੇ ਜਿਹੜਾ ਸੰਨੀ ਦਿਓਲ ਹੋਰਾਂ ਵੱਲੋਂ ਕਦਮ ਚੁੱਕਿਆ ਗਿਆ ਜਾਂ ਜਿਸ ਤਰ੍ਹਾਂ ਦਾ ਉਹਨਾਂ ਦੀ ਇਹ ਕਾਰਗੁਜ਼ਾਰੀ ਸਾਹਮਣੇ ਆਈ ਹੈ ਜੀ, ਇਹਨੂੰ ਕਿਸੇ ਵੀ ਤਰ੍ਹਾਂ ਅਸੀਂ ਜਾਇਜ਼ ਨਹੀਂ ਸੀ ਠਹਿਰਾਉਣਾ ਤੇ ਜਾਇਜ਼ ਹੈ ਵੀ ਨਹੀਂ। ਕਿਉਂਕਿ ਜੇ ਕੋਈ ਬੁਕਿੰਗ ਹੈ ਤੇ ਬੁਕਿੰਗ ਦੇ ਜਿਸ ਤਰ੍ਹਾਂ ਬਿਲਕੁਲ ਵੇਟਿੰਗ ਬਣਦੀ ਹੈ ਉਸੇ ਤਰ੍ਹਾਂ ਡਿਲੀਵਰੀ ਹੋਣੀ ਚਾਹੀਦੀ ਹੈ। ਬਿਲਕੁਲ ਬਟੂਆ ਸਾਹਿਬ, ਟੋਕੂਗਾ ਮੈਂ ਤੁਹਾਨੂੰ, ਮਾਫੀ ਚਾਹੁੰਦਾ ਪਹਿਲਾਂ ਟੋਕਣ ਦੇ ਲਈ। ਇਹ ਜਿਹੜੀ ਤੁਸੀਂ ਗੱਲ ਇੱਕ ਬੜੀ ਵੱਡੀ ਗੱਲ ਕਰੀ ਹੈ, ਮੈਂ ਵੀ ਚਿੱਠੀ ਪੜ੍ਹੀ ਆ। ਸਨੀ ਦਿਓਲ ਨੇ ਬਕਾਇਦਾ ਇਹ ਵੀ ਲਿਖਿਆ ਕਿ ਆਊਟ ਆਫ ਦਾ ਟਰਨ ਜਾ ਕੇ ਇਹ ਡਿਲੀਵਰੀ ਗੱਡੀ ਦੀ ਕਰ ਦਿੱਤੀ ਜਾਵੇ, ਯਾਨੀ ਕਿ ਇੱਕ ਐਮਪੀ ਖੁਦ ਹੀ ਰੂਲ ਤੋੜਨ ਦੇ ਲਈ ਆਖ ਰਿਹਾ। ਨਹੀਂ, ਇਹੀ ਗੱਲ ਹੈ ਨਾ ਸਭ ਤੋਂ ਮਾੜੀ ਤੇ ਗੱਲ ਜਿਹੜੀ ਉਹਨਾਂ ਕੀਤੀ ਹੈ ਜੀ, ਕਿ ਜਿਸ ਥਾਂ ਤੇ ਪਹੁੰਚੇ ਨੇ ਉਹ ਸਾਰਿਆਂ ਦੇ ਸਾਂਝੇ ਨੇ ਜੀ, ਔਰ ਨਿਯਮਾਂ ਦੀ ਪਾਲਣਾ ਕਰਨਾ ਸਭ ਤੋਂ ਪਹਿਲਾਂ ਉਹਨਾਂ ਦਾ ਫਰਜ਼ ਬਣਦਾ ਹੈ ਜੀ। ਤੇ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਬਕਾਇਦਾ ਆਪਦੇ ਲੈਟਰ ਹੈਡ ਦੇ ਉੱਤੇ ਚਿੱਠੀ ਜਾਰੀ ਕਰਕੇ ਇੱਕ ਤਰ੍ਹਾਂ ਦੀ ਏਜੰਸੀ ਨੂੰ ਹਦਾਇਤ ਕੀਤੀ ਹੈ ਕਿ ਇਹਨਾਂ ਦੀ ਜਿਹੜੀ ਬੁਕਿੰਗ ਹੈ ਜੀ, ਉਹਨੂੰ ਪਾਸੇ ਛੱਡ ਕੇ ਤੇ ਤੁਰਤ ਜਿਹੜੀ ਇਹਨਾਂ ਇਹ ਆਪਣੇ ਆਪ 'ਚ ਹੀ ਇੱਕ ਤਰ੍ਹਾਂ ਦੀ ਨਿਯਮਾਂ ਦੀ ਜਿਹੜੀ ਇੱਕ ਜਿਹੜੀ ਨੈਤਿਕਤਾ ਦੀ ਵੀ ਉਲੰਘਣਾ ਹੈ। ਬਿਲਕੁਲ, ਜਿਹੜੀ ਕਿ ਕਿਸੇ ਵੀ ਤਰੀਕੇ ਨਾਲ ਮੈਂਬਰ ਪਾਰਲੀਮੈਂਟ ਨੂੰ ਸੋਭਦੀ ਨਹੀਂ। ਔਰ ਦੂਸਰੇ ਬੰਨੇ ਜਿਹੜੀਆਂ ਏਜੰਸੀਆਂ ਵੀ ਨੇ ਉਹਨਾਂ ਦਾ ਵੀ ਫਰਜ਼ ਇਹੀ ਬਣਦਾ ਹੈ ਕਿ ਚਾਹੇ ਜਦੋਂ ਤੁਹਾਡੇ ਕੋਲੇ ਬੁਕਿੰਗ ਹੋਈ ਆ ਔਰ ਇੱਕ ਤੁਸੀਂ ਲਿਸਟ ਬਣਾਈ ਹੋਈ ਆ ਕਿ ਇੱਕ ਨੰਬਰ ਤੇ ਕੌਣ ਆ, 2 ਤੇ ਕੌਣ ਆ, ਇਸ ਤਰ੍ਹਾਂ ਸਾਰੇ ਉਸੇ ਤਰੀਕੇ ਨਾਲ ਡਿਲੀਵਰੀ ਹੋਣੀ ਚਾਹੀਦੀ ਹੈ। ਤੇ ਜੇ ਏਜੰਸੀ ਵਾਲੇ ਵੀ ਅਜਿਹੀ ਜਿਹੜੀ ਆ ਨਿਯਮ ਤੋੜਦੇ ਨੇ ਕਿ ਜਿਹਦਾ ਹੱਕ ਬਣਦਾ ਆ ਉਹਨੂੰ ਛੱਡ ਕੇ ਕਿਸੇ ਹੋਰ ਨੂੰ ਡਿਲੀਵਰੀ ਕਰਦੇ ਨੇ, ਇਹਦਾ ਮਤਲਬ ਉਹ ਵੀ ਗੁਨਾਹ ਕਰਦੇ ਨੇ ਤੇ ਉਹਨਾਂ ਦੇ ਵਿਰੁੱਧ ਵੀ ਜਿਹੜੀ ਹੈ ਇਹ ਕਾਰਵਾਈ ਹੋਣੀ ਚਾਹੀਦੀ ਆ। ਔਰ ਅਜਿਹੀ ਗੱਲ ਉੱਠਣੀ ਚਾਹੀਦੀ ਹੈ ਕਿ ਏਜੰਸੀ ਵਾਲੇ ਵੀ ਜਿਹੜਾ ਆ ਉਹ ਲੜੀਵਾਰ ਹੀ ਜਿਹੜਾ ਆ ਉਹ ਡਿਲੀਵਰੀ ਕਰਨ। ਇਹ ਅੱਗੇ ਤੋਂ ਅਜਿਹਾ ਜਿਹੜਾ ਜੇ ਮੁੱਦਾ ਜੁਟਿਆ ਆ ਤੇ ਇਸ ਮੁੱਦੇ ਦੇ ਉੱਤੇ ਇਹ ਵੀ ਤੈਅ ਹੋ ਜਾਣਾ ਚਾਹੀਦਾ ਹੈ ਕਿ ਜਿਸ ਤਰ੍ਹਾਂ ਬੁਕਿੰਗ ਹੈ ਉਸੇ ਤਰ੍ਹਾਂ ਡਿਲੀਵਰੀ ਹੋਵੇ। ਬਿਲਕੁਲ ਸਹੀ। ਬਟੂਆ ਸਾਹਿਬ, ਆਖਰੀ ਇੱਕ ਤੁਹਾਡਾ ਪੱਖ ਜਾਣਨਾ ਚਾਹੁੰਦਾ ਮੈਂ, ਕਿਉਂਕਿ ਅਸੀਂ ਦੇਖ ਰਹੇ ਹਾਂ ਗੁਰਦਾਸਪੁਰ ਤੋਂ ਭਾਜਪਾ ਲਗਾਤਾਰ ਬਾਲੀਵੁੱਡ ਦੇ ਅਦਾਕਾਰਾਂ ਨੂੰ ਹੀ ਸੀਟ ਦਿੰਦੀ ਆ ਰਹੀ ਹੈ, ਉਮੀਦਵਾਰ ਬਣਾਉਂਦੀ ਆ ਰਹੀ ਹੈ ਤੇ ਲੋਕ ਵੀ ਜਿਤਾਉਂਦੇ ਆ ਰਹੇ ਨੇ, ਇਹ 'ਚ ਵੀ ਕੋਈ ਸ਼ੱਕ ਨਹੀਂ। ਬਾਲੀਵੁੱਡ ਸਟਾਰ ਸ਼ਾਇਦ ਗੁਰਦਾਸਪੁਰ ਦੇ ਲੋਕਾਂ ਨੂੰ ਕਾਫੀ ਜ਼ਿਆਦਾ ਪਸੰਦ ਨੇ। ਤੇ ਤੁਹਾਨੂੰ ਕੀ ਲੱਗਦਾ ਕਿ ਭਾਜਪਾ ਕਿਸ ਤਰ੍ਹਾਂ ਦੀ ਪਾਲਿਸੀ ਵਰਤ ਰਹੀ ਹੈ? ਕਿਉਂਕਿ ਤੁਹਾਡੇ ਤੋਂ ਪਹਿਲਾਂ ਹੀ ਅਸੀਂ ਮਾਸਟਰ ਮੋਹਨ ਲਾਲ ਹੋਰਾਂ ਦੇ ਨਾਲ ਗੱਲ ਕਰ ਚੁੱਕੇ ਹਾਂ ਤੇ ਉਹਨਾਂ ਨੇ ਮੰਨਿਆ ਕਿ ਸਨੀ ਦਿਓਲ ਨੂੰ ਵਿਕਾਸ ਬਾਰੇ ਕੋਈ ਪਤਾ ਨਹੀਂ, ਪਾਰਟੀ ਨੇ ਉਹਨਾਂ ਨੂੰ ਸੀਟ ਜਿੱਤਣ ਲਈ ਇੱਥੇ ਲੈ ਕੇ ਆਂਦਾ ਸੀ। ਇਹ ਦੇਖੋ, ਇਹ ਤੇ ਲੋਕਾਂ ਦਾ ਫਤਵਾ ਆ, ਲੋਕ ਕਿਸੇ ਨੂੰ ਵੀ ਫਤਵਾ ਦਿੰਦੇ ਨੇ ਜੀ। ਵਿਕਾਰ ਇਹ ਸਭ ਤੋਂ ਪਹਿਲੀ ਗੱਲ ਆ ਕਿ ਜਿਹੜੇ ਲੋਕ ਸਿਆਸਤ ਦੀਆਂ ਥੱਲਿਓਂ ਪੌੜੀਆਂ ਚੜ੍ਹਦੇ ਨੇ ਉਹਨਾਂ ਨੂੰ ਪਤਾ ਹੁੰਦਾ ਹੈ ਕਿ ਸਾਡੀ ਜ਼ਿੰਮੇਵਾਰੀ ਕੀ ਹੈ। ਬਿਲਕੁਲ, ਉਹ ਹਰੇਕ ਚੀਜ਼ ਨੂੰ ਸਮਝਦੇ ਹੁੰਦੇ ਆ ਕਿ ਲੋਕਾਂ ਦੇ ਦੁੱਖ ਦਰਦ ਤਕਲੀਫਾਂ ਲੋੜਾਂ ਬਿਲਕੁਲ ਉਹਨਾਂ ਦੇ ਮਸਲੇ ਕੀ ਹੈ ਤੇ ਉਹਨਾਂ ਦਾ ਹੱਲ ਅਸੀਂ ਕਿੱਥੋਂ ਤੱਕ ਕਿਸ ਰੂਪ ਚ ਕਿਸ ਤਰ੍ਹਾਂ ਕਰ ਸਕਦੇ ਹਾਂ ਜੀ। ਤੇ ਜਿਹਨੂੰ ਲੋਕਾਂ ਦੀ ਪਹਿਲੀ ਤੇ ਗੱਲ ਤਕਲੀਫਾਂ ਦਾ ਹੀ ਨਹੀਂ ਪਤਾ, ਫਿਰ ਉਹ ਤਕਲੀਫਾਂ ਸਮਝਣ ਦੀ ਕੋਸ਼ਿਸ਼ ਨਹੀਂ ਕਰ ਰਿਹਾ, ਲੋਕਾਂ ਦੇ ਮਸਲੇ ਸਮਝਣ ਦੀ ਕੋਸ਼ਿਸ਼ ਨਹੀਂ ਕਰ ਰਿਹਾ। ਮੈਂਬਰ ਪਾਰਲੀਮੈਂਟ ਤੇ ਬਣ ਗਏ ਪਰ ਮੈਂਬਰ ਪਾਰਲੀਮੈਂਟ ਦੀਆਂ ਜੋ ਜ਼ਿੰਮੇਵਾਰੀਆਂ ਨੇ
ਉਹ ਉਹਨਾਂ ਨੇ ਬਣਨ ਤੋਂ ਬਾਅਦ ਵੀ ਨਿਭਾਉਣ ਦੀ ਜਾਂ ਲੋਕਾਂ ਦੇ ਵਿੱਚ ਰਹਿ ਕੇ ਵਿਚਰ ਕੇ ਸਮਝਣ ਦੀ ਜਾਂ ਉਹਨਾਂ ਨੂੰ ਕਰਨ ਦੀ ਉਹਨਾਂ ਨੇ ਕਿਸੇ ਤਰ੍ਹਾਂ ਦੀ ਕੋਸ਼ਿਸ਼ ਕੀਤੀ ਨਹੀਂ, ਕੋਸ਼ਿਸ਼ ਵੀ ਨਹੀਂ ਕੀਤੀ। ਬਿਲਕੁਲ ਬਲਟੋਹਾ ਸਾਹਿਬ, ਬਹੁਤ ਬਹੁਤ ਧੰਨਵਾਦ ਤੁਹਾਡਾ ਜੀ ਸਾਨੂੰ ਸਮਾਂ ਦੇਣ ਦੇ ਲਈ। ਸੋ ਵਿਰਸਾ ਸਿੰਘ ਬਲਟੋਹਾ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਨੇ। ਉਹਨਾਂ ਦਾ ਵੀ ਮੰਨਣਾ ਹੈ ਕਿ ਜਦੋਂ ਪੈਰਾਸ਼ੂਟ ਦੇ ਰਾਹੀਂ ਕੈਂਡੀਡੇਟ ਕੋਈ ਪਾਰਟੀ ਲੈ ਕੇ ਆਉਂਦੀ ਹੈ ਨਾ, ਤੇ ਉਦੋਂ ਫਿਰ ਲੋਕਾਂ ਨੂੰ ਵੀ ਥੋੜ੍ਹਾ ਜਿਹਾ ਸੋਚਣਾ ਚਾਹੀਦਾ, ਕਿਉਂਕਿ ਪੋਲੀਟਿਕਸ ਵੀ ਇਹ ਇਸ ਤਰ੍ਹਾਂ ਦੀ ਚੀਜ਼ ਨਹੀਂ ਕਿ ਤੁਸੀਂ ਆ ਕੇ ਬੈਠ ਕੇ ਤੁਸੀਂ ਜਿੱਤ ਗਏ ਤੇ ਫਿਰ ਕੰਮ ਆਪਣੇ ਆਪ ਹੋਈ ਜਾਣਾ ਹੋਊਗਾ। ਇੱਕ ਗਰਾਊਂਡ ਲੈਵਲ ਤੋਂ ਸਿਆਸਤ ਦੀ ਸ਼ੁਰੂਆਤ ਕਰਨ ਵਾਲਾ ਆਗੂ ਬੜੇ ਤਰੀਕੇ ਨਾਲ ਸਮਝ ਸਕਦਾ ਕਿ ਲੋਕਾਂ ਨੂੰ ਉਸ ਦੀ ਕਿਸ ਤਰੀਕੇ ਦੇ ਨਾਲ ਜ਼ਰੂਰਤ ਹੈ, ਇਲਾਕੇ ਦੇ ਕੀ ਵਿਕਾਸ ਕਾਰਜ ਕਰਨੇ ਚਾਹੀਦੇ ਨੇ, ਕਿਹੜੇ ਹੋਰ ਨਵੀਆਂ ਸੁਵਿਧਾਵਾਂ ਦੀ ਲੋੜ ਹੈ। ਹੁਣ ਜਦੋਂ ਇੱਕ ਵਿਅਕਤੀ ਸਨੀ ਦਿਓਲ ਵਰਗਾ ਵਿਅਕਤੀ ਜਿਹੜਾ ਗੁਰਦਾਸਪੁਰ ਕਦੇ ਰਿਹਾ ਹੀ ਨਹੀਂ, ਹਮੇਸ਼ਾ ਮੁੰਬਈ ਦੇ ਵਿੱਚ ਹੀ ਉਹ ਪਲਿਆ ਵੀ ਹੈ, ਵੱਡਾ ਵੀ ਹੋਇਆ, ਸਟਾਰ ਵੀ ਬਣਾਇਆ, ਸਟਾਰ ਹਾਲਾਂਕਿ ਬਣਾਇਆ ਲੋਕਾਂ ਨੇ ਹੈ, ਪਰ ਇਸ ਵੇਲੇ ਵੀ ਗੁਰਦਾਸਪੁਰ ਦੇ ਲੋਕਾਂ ਨੇ ਵੀ MP ਵੀ ਬਣਾ ਦਿੱਤਾ ਆ। ਤੇ ਪਰ ਬੜੀ ਸ਼ਰਮ ਦੀ ਗੱਲ ਹੈ ਕਿ ਜੇਕਰ ਤੁਸੀਂ MP ਇੰਨੇ ਲੱਖਾਂ ਬੰਦੇ ਨੇ ਤੁਹਾਨੂੰ ਵੋਟ ਪਾ ਕੇ ਆਪਣੇ ਇਲਾਕੇ ਦਾ MP ਬਣਾਇਆ, ਤੇ ਫਿਰ ਤੁਸੀਂ ਕਿਤੇ ਵੀ ਉਹਨਾਂ ਲੋਕਾਂ ਦੀ ਸਾਰ ਨਹੀਂ ਲੈਂਦੇ, ਉਹਨਾਂ ਦੇ ਲੋਕਾਂ ਦੀ ਕੋਈ ਸੰਸਦ ਦੇ ਵਿੱਚ ਜਾ ਕੇ ਗੱਲ ਨਹੀਂ ਕਰਦੇ, ਤੇ ਫਿਰ ਲੋਕਾਂ ਦਾ ਨਿਰਾਸ਼ ਹੋਣਾ, ਲੋਕਾਂ ਦਾ ਦਿਲ ਜ਼ਰੂਰ ਟੁੱਟਦਾ ਹੈ। ਲੋਕ ਇਹ ਸੋਚਣ ਦੇ ਲਈ ਮਜਬੂਰ ਹੁੰਦੇ ਨੇ ਕਿ ਜਿਸ ਹੀਰੋ ਨੂੰ ਅਸੀਂ ਫਿਲਮਾਂ ਦੇ ਵਿੱਚ ਦੇਖਦੇ ਹੁੰਦੇ ਸੀ ਕਿ ਮੈਂ ਇਹ ਕਰ ਦੂੰਗਾ, ਉਹ ਕਰ ਦੂੰਗਾ, ਹਰ ਵੇਲੇ ਫਿਲਮਾਂ ਦੇ ਵਿੱਚ ਇਨਸਾਫ ਦੀ ਗੱਲ ਕਰਨ ਵਾਲਾ ਹੀਰੋ, ਹਰ ਵੇਲੇ ਲੋਕਾਂ ਦੇ ਹੱਕਾਂ ਦੇ ਵਿੱਚ ਖੜਨ ਵਾਲਾ ਹੀਰੋ ਫਿਲਮਾਂ ਦੇ ਵਿੱਚ, ਤੇ ਉਹ ਰਿਐਲਿਟੀ ਦੇ ਵਿੱਚ ਜਦੋਂ ਆਉਂਦਾ, ਜਦੋਂ ਉਹਨੂੰ ਲੋਕ ਜ਼ਿੰਮੇਵਾਰੀ ਦਿੰਦੇ ਨੇ, ਤੇ ਫਿਰ ਉਹ ਕਿਸ ਤਰ੍ਹਾਂ ਦਾ ਹੀਰੋ ਨਿਕਲਦਾ, ਇਹ ਵੀ ਹੁਣ ਸਭ ਦੇ ਸਾਹਮਣੇ ਆ, ਜਿਹੜੀ ਕਿ ਇੱਕ ਉਦਾਹਰਣ ਇਹ ਸਨੀ ਦਿਓਲ ਵੱਲੋਂ ਪੇਸ਼ ਕੀਤੀ ਗਈ ਆ। ਤੇ ਪਰ ਨਾਲ ਦੀ ਨਾਲ ਅਸੀਂ ਗੱਲ ਥੋੜ੍ਹੀ ਜਿਹੀ ਹੋਰ ਕਰ ਲੈਂਦੇ ਆ ਕਿ ਜਿਸ ਤਰੀਕੇ ਦੇ ਨਾਲ ਇਹ ਸਭ ਕੁਝ ਹੋਇਆ, ਹੁਣ ਇਹ ਕੋਈ ਨਹੀਂ ਜਾਣਦਾ ਕਿ ਇਹ ਚਿੱਠੀ ਲੀਕ ਆਖਿਰਕਾਰ ਕਿਸ ਤੋਂ ਹੋਈ ਆ, ਕਿਸ ਨੇ ਕੀਤੀ ਆ, ਲੇਕਿਨ ਜਿਸ ਨੇ ਵੀ ਕੀਤੀ ਹੈ ਉਸਨੇ ਬੜਾ ਚੰਗਾ ਕੰਮ ਕੀਤਾ। ਬੇਸ਼ੱਕ ਇਸ ਦੇ ਪਿੱਛੇ ਭਾਜਪਾ ਜਾਂ ਸਨੀ ਦਿਓਲ ਖੁਦ ਕੁਝ ਜਾਂਚ ਵੀ ਕਰਵਾ ਸਕਦੇ ਨੇ ਕਿ ਆਖਿਰ ਇਹ ਜਿਹੜੀ ਚਿੱਠੀ ਸੀ ਇਹ ਲੀਕ ਕਿੱਦਾਂ ਹੋਈ ਆ, ਪਰ ਜਿਸ ਤਰੀਕੇ ਦੇ ਨਾਲ ਹੁਣ ਸ਼ੋਅਰੂਮ ਦਾ ਫਰਜ਼ ਬਣਦਾ, ਕਿਉਂਕਿ ਸਭ ਤੋਂ ਵੱਡੀ ਗੱਲ ਇਹ ਹੈ ਕਿ ਇੱਕ ਕਾਨੂੰਨ ਨੂੰ ਫੋਲੋ ਕਰਨ ਵਾਲਾ MP, ਉਹ ਵੀ ਭਾਜਪਾ ਵਰਗੀ ਪਾਰਟੀ ਦਾ MP, ਉਹ ਭਾਜਪਾ ਜਿਹੜੀ ਕਹਿ ਰਹੀ ਆ ਕਿ ਅਸੀਂ ਸਾਰਿਆਂ ਨੂੰ ਸਮਾਨ ਸਮਝਦੇ ਹਾਂ, ਭ੍ਰਿਸ਼ਟਾਚਾਰੀ ਅਸੀਂ ਦੂਰ ਕਰਨੀ ਆ, ਪੱਖਪਾਤ ਅਸੀਂ ਦੂਰ ਕਰਨਾ, ਤੇ ਫਿਰ ਉਸੇ ਪਾਰਟੀ ਦਾ ਇੱਕ ਬਾਲੀਵੁੱਡ ਸਟਾਰ ਤੇ ਸਟਾਰ ਤੋਂ ਬਾਅਦ ਬਣਿਆ MP ਖੁਦ ਹੀ ਕਾਨੂੰਨਾਂ ਨੂੰ ਤੋੜਨ ਦੀ ਗੱਲ ਕਰ ਰਿਹਾ ਹੋਵੇ, ਉਹ ਵੀ ਬਕਾਇਦਾ ਆਪਣੇ ਲੈਟਰ ਹੈਡ ਤੇ ਲਿਖ ਕੇ ਗੱਲ ਕਰ ਰਿਹਾ ਹੋਵੇ। ਲੈਟਰ ਹੈਡ ਤੇ ਜੇਕਰ ਚਿੱਠੀ ਤੁਹਾਡੇ ਕੋਲ ਵੀ ਇਹ ਪਹੁੰਚਦੀ ਆ ਤਾਂ ਤੁਸੀਂ ਵੀ ਇਹਨੂੰ ਜ਼ਰੂਰ ਧਿਆਨ ਦੇ ਨਾਲ ਪੜ੍ਹਿਓ, ਤੇ ਬਿਲਕੁਲ ਹੇਠਾਂ ਲਿਖਿਆ ਗਿਆ ਕਿ ਆਊਟ ਆਫ ਦਾ ਟਰਨ ਜਾ ਕੇ ਇਸ ਥਾਰ ਗੱਡੀ ਦੀ ਡਿਲੀਵਰੀ ਨੂੰ ਤੁਸੀਂ ਯਕੀਨੀ ਬਣਾਓ। ਯਾਨੀ ਕਿ ਜੇ ਵਿਧਾਇਕ ਸਾਹਿਬ ਦੀ ਬੇਟੀ ਦਾ ਨੰਬਰ 100ਵਾਂ, ਤਾਂ ਉਹ ਕਹਿੰਦੇ ਕਿ ਉਹ 100ਵੇਂ ਦੀ ਜਗ੍ਹਾ ਤੇ ਲਿਆ ਕੇ ਤੁਸੀਂ ਚੌਥੇ 5ਵੇਂ ਤੇ ਨੰਬਰ ਉਹਨਾਂ ਦਾ ਲਗਾ ਦਿਓ, ਤੇ ਫਿਰ ਜਿਹੜੇ 95 94 95 ਹੋਰ ਨੰਬਰ ਸੀ ਆਮ ਲੋਕਾਂ ਦੇ, ਜ਼ਾਹਿਰ ਹੈ ਕਿ ਉਹਨਾਂ ਦੇ ਵਿੱਚੋਂ ਇੱਕ ਨੂੰ ਇਹਦੀ ਕੁਰਬਾਨੀ ਦੇਣੀ ਪਏਗੀ। ਸੋ ਇਹ ਵੀ ਇੱਕ ਵੱਡਾ ਸਵਾਲ ਪੈਦਾ ਹੁੰਦਾ ਹੈ, ਇਹ ਵੀ ਸਨੀ ਦਿਓਲ ਨੂੰ ਜਵਾਬ ਦੇਣਾ ਪਏਗਾ। ਕੋਸ਼ਿਸ਼ ਲਗਾਤਾਰ ਮੀਡੀਆ ਕਰ ਰਿਹਾ ਕਿ ਸੁਜਾਨਪੁਰ ਦੇ ਜਿਹੜੇ ਵਿਧਾਇਕ ਨੇ ਭਾਜਪਾ ਦੇ, ਦਿਨੇਸ਼ ਸਿੰਘ ਬੱਬੂ, ਉਹਨਾਂ ਦੇ ਨਾਲ ਸੰਪਰਕ ਕਰਨ ਦੀ, ਪਰ ਦਿਨੇਸ਼ ਜੀ ਇਸ ਵੇਲੇ ਤੱਕ ਵੀ ਮੀਡੀਆ ਦੇ ਸਾਹਮਣੇ ਹਾਲੇ ਤੱਕ ਨਹੀਂ ਆਏ। ਸ਼ਾਇਦ ਹਾਲੇ ਤੱਕ ਉਹ ਇਹ ਸੋਚ ਰਹੇ ਹੋਣਗੇ ਕਿ ਆਖਿਰ ਜਦੋਂ ਮੀਡੀਆ ਨੂੰ ਫਰੰਟ ਕਰਨਾ ਤਾਂ ਉੱਥੇ ਕਿਸ ਤਰ੍ਹਾਂ ਦੇ ਨਾਲ ਖੁਦ ਨੂੰ ਡਿਫੈਂਡ ਕਰਨਾ। ਤੇ ਇਹਦੇ 'ਚ ਇੱਕ ਬੜੀ ਸ਼ਰਮਿੰਦਗੀ ਗੱਲ ਉਹਨਾਂ ਦੇ ਲਈ ਵੀ ਖਾਸ ਵੱਡੀ ਇਹ ਆ ਗਈ ਹੈ ਕਿ ਹੁਣ ਲੋਕਾਂ ਨੂੰ ਵੀ ਇੱਕ ਮੈਸੇਜ ਚਲਾ ਗਿਆ ਕਿ ਵਿਧਾਇਕ ਸਾਹਿਬ ਦੀ ਇੱਥੇ ਸੁਣੀ ਨਹੀਂ ਜਾ ਰਹੀ। ਵਿਧਾਇਕ ਸਾਹਿਬ ਦੀ ਬਾਕੀ ਲੋਕਾਂ ਨੇ ਤਾਂ ਕੀ ਸੁਣਨੀ ਆ, ਹੋਰ ਅੱਗੇ ਵਿਧਾਨ ਸਭਾ ਦੇ ਵਿੱਚ ਤਾਂ ਫਿਰ ਉਹ ਕੀ ਆਪਣੀ ਸੁਣਾ ਲੈਣਗੇ, ਜਿਹੜੇ ਆਪਣੇ ਹੀ ਸ਼ਹਿਰ ਦੇ ਵਿੱਚ ਕਿਸੇ ਸ਼ੋਅਰੂਮ ਤੋਂ ਕੋਈ ਗੱਡੀ ਆਪ ਨਹੀਂ ਲੈ ਸਕਦੇ। ਖੈਰ ਇਹਦੇ ਵਿੱਚ ਕੁਝ ਹੋਰ ਵੀ ਕਈ ਤਰ੍ਹਾਂ ਦੀਆਂ ਗੱਲਾਂ ਹੋ ਸਕਦੀਆਂ, ਜਾਂ ਇਹ ਹੋ ਸਕਦਾ ਕਿ ਇੱਕ ਸ਼ਰੀਫ ਉਹ ਵਿਧਾਇਕ ਹੋਣਗੇ ਤੇ ਇਸੇ ਕਰਕੇ ਸ਼ੋਅਰੂਮ ਵਾਲਿਆਂ ਤੇ ਉਹ ਡਾਇਰੈਕਟਰ ਪ੍ਰੈਸ਼ਰ ਨਹੀਂ ਬਣਾ ਪਾਏ। ਪਰ ਜੋ ਵੀ ਇਹ ਹੋਇਆ, ਇਹਨੂੰ ਕਿਸੇ ਵੀ ਲਿਹਾਜ਼ ਦੇ ਨਾਲ ਠੀਕ ਨਹੀਂ ਕਿਹਾ ਜਾ ਸਕਦਾ। ਹੋਰ ਵੀ ਅਸੀਂ ਕੋਸ਼ਿਸ਼ ਕਰਾਂਗੇ ਕਿ ਟਾਈਮ ਸਾਡੇ ਕੋਲ ਥੋੜ੍ਹਾ ਹੀ ਆ, ਲੇਕਿਨ ਇਸ ਦੇ ਵਿੱਚ ਹੀ ਅਸੀਂ ਕੋਸ਼ਿਸ਼ ਕਰਾਂਗੇ ਕਿ ਕੁਝ ਹੋਰ ਪਾਰਟੀਆਂ ਦੇ ਆਗੂਆਂ ਤੋਂ ਵੀ ਇਸ ਬਾਰੇ ਪੱਖ ਜਾਣਿਆ ਜਾਵੇ। ਲੇਕਿਨ ਇੱਕ ਵਾਰ
ਜਿਹੜੇ ਦਰਸ਼ਕ ਸਾਡੇ ਲੇਟ ਇਸ ਪ੍ਰੋਗਰਾਮ ਦੇ ਨਾਲ ਸਾਡੇ ਨਾਲ ਜੁੜੇ ਨੇ, ਇੱਕ ਵਾਰ ਉਹਨਾਂ ਨੂੰ ਜ਼ਰੂਰ ਸਮਝਾ ਦਿੰਦੇ ਆ ਕਿ ਅੱਜ ਸਵੇਰ ਹੁੰਦਿਆਂ ਸਾਰ ਹੀ ਇੱਕ ਚਿੱਠੀ ਵਾਇਰਲ ਹੋਈ ਸੀ ਸੋਸ਼ਲ ਮੀਡੀਆ ਤੇ, ਇੱਕ ਚਿੱਠੀ ਵਾਇਰਲ ਹੋ ਰਹੀ ਸੀ ਤੇ ਤੁਸੀਂ ਤੁਹਾਨੂੰ ਮੇਰੇ ਨਾਲ ਵਾਲੀ ਸਕਰੀਨ ਤੇ ਵੀ ਉਹਦੇ ਸ਼ਾਟ ਦੇਖਣ ਨੂੰ ਮਿਲ ਜਾਣਗੇ। ਇਹ ਚਿੱਠੀ ਵਾਇਰਲ ਹੋ ਰਹੀ ਸੀ। ਜੋ ਚਿੱਠੀ ਹੈ ਉਹ ਭਾਜਪਾ ਦੇ ਗੁਰਦਾਸਪੁਰ ਤੋਂ ਮੈਂਬਰ ਪਾਰਲੀਮੈਂਟ ਯਾਨੀ ਕਿ MP ਸਨੀ ਦਿਓਲ ਦੇ ਲੈਟਰ ਹੈਡ ਤੇ ਆ, ਯਾਨੀ ਕਿ ਸਨੀ ਦਿਓਲ ਦੇ ਵੱਲੋਂ ਹੀ ਇਹ ਚਿੱਠੀ ਲਿਖੀ ਗਈ ਆ। ਹੇਠਾਂ ਦਸਤਖਤ ਵੀ ਕੀਤੇ ਗਏ ਨੇ, ਉੱਪਰ ਉਹਨਾਂ ਦਾ ਨਾਂ ਵੀ, ਕਿਉਂਕਿ ਲੈਟਰ ਹੈਡ ਹੀ ਉਹਨਾਂ ਦੀ ਆ ਬਤੌਰ MP ਗੁਰਦਾਸਪੁਰ ਤੋਂ, ਉਹਨਾਂ ਦੇ ਲੈਟਰ ਹੈਡ ਤੇ ਹੀ ਇਹ ਚਿੱਠੀ ਇਸ਼ੂ ਹੋਈ ਹੈ। ਹੁਣ ਇਹ ਚਿੱਠੀ ਇਸ਼ੂ ਕਿਸ ਨੂੰ ਹੁੰਦੀ ਹੈ ਤੇ ਇਸ ਬਾਰੇ ਵੀ ਤੁਹਾਨੂੰ ਦੁਬਾਰਾ ਵਿਸਥਾਰ ਦੇ ਵਿੱਚ ਦੱਸ ਦਾਂਗੇ, ਲੇਕਿਨ ਇਸ ਵੇਲੇ ਸਾਡੇ ਨਾਲ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਤਾਰ ਸਿੰਘ ਸੰਧਵਾ ਜੁੜ ਚੁੱਕੇ ਨੇ। ਸੰਧਵਾ ਸਾਹਿਬ ਬਹੁਤ ਬਹੁਤ ਸਵਾਗਤ ਹੈ ਜੀ। ਬਹੁਤ ਬਹੁਤ ਧੰਨਵਾਦ ਜੀ। ਸੰਧਵਾ ਸਾਹਿਬ, ਜੋ ਇਹ ਅੱਜ ਮਾਮਲਾ ਸਾਹਮਣੇ ਆਇਆ, ਜਿਹੜੀ ਚਿੱਠੀ ਵਾਇਰਲ ਹੋਈ ਆ, ਤੁਹਾਡਾ ਕੀ ਮੰਨਣਾ ਹੈ ਇਸ ਸਭ ਦੇ ਪਿੱਛੇ? ਅਸੀਂ ਬਹੁਤ ਸਾਰੇ ਜਿਹੜੇ ਸਿਆਸੀ ਆਗੂ ਨੇ ਉਹਨਾਂ ਦੇ ਪੱਖ ਲਏ ਨੇ, ਭਾਜਪਾ ਤੋਂ ਵੀ ਪੱਖ ਲਿਆ, ਅਕਾਲੀ ਦਲ ਤੋਂ ਵੀ ਪੱਖ ਲਿਆ, ਹੁਣ ਤੁਹਾਨੂੰ ਆਮ ਆਦਮੀ ਪਾਰਟੀ ਨੂੰ ਵੀ ਅਸੀਂ ਪੱਖ ਤੁਹਾਡਾ ਵੀ ਜਾਣਨਾ ਚਾਹੁੰਦੇ ਹਾਂ ਕਿ ਤੁਹਾਡੇ ਲਿਹਾਜ਼ ਦੇ ਨਾਲ ਇਹ ਕਿੰਨਾ ਕੁ ਸਹੀ ਹੈ ਕਿ ਇੱਕ MP ਆਪਣੇ ਵਿਧਾਇਕ ਨੂੰ ਗੱਡੀ ਦਿਵਾਉਣ ਦੇ ਲਈ ਸ਼ੋਰੂਮ ਨੂੰ ਚਿੱਠੀ ਲਿਖੇ, ਆਦੇਸ਼ ਜਾਰੀ ਕਰੇ ਤੇ ਉਹ ਵੀ ਉੱਪਰੋਂ ਇਹ ਲਿਖੇ ਕਿ ਆਊਟ ਆਫ ਦਾ ਟਰਨ ਜਾ ਕੇ ਤੁਸੀਂ ਇਹ ਡਿਲੀਵਰੀ ਯਕੀਨੀ ਬਣਾਓ? ਦੇਖੋ ਜੀ, ਇਹ ਜਿਹੜੇ ਹੈ ਨਾ ਆਪਣੇ ਮਹਿੰਦਰਾ ਕੰਪਨੀ ਵਾਲੇ ਜੀ, ਇਹਨਾਂ ਨੇ ਬਹੁਤ ਵੱਡੀ ਠੱਗੀ ਚਲਾਈ ਹੋਈ ਆ। ਲੱਖ ਡੇਢ ਲੱਖ ਰੁਪਈਆ ਬੱਚਿਆਂ ਨੂੰ, ਬੱਚੇ ਜਿੱਦ ਕਰ ਲੈਂਦੇ ਆ ਜੋ ਮਾਂ-ਬਾਪ ਤੋਂ ਮਤਲਬ ਧੌਣ ਤੇ ਗੋਡਾ ਰੱਖ ਕੇ ਉਹ ਦਵਾਉਂਦੇ, ਲੱਖ ਡੇਢ ਲੱਖ ਰੁਪਏ ਲੁੱਟ ਚੱਲ ਰਹੀ ਹੈ। ਬਲੈਕ ਦੇ ਮਤਲਬ ਤੁਹਾਡੇ ਕੋਲ ਬਲੈਕ ਦੇ ਵਿੱਚ ਕਹਿੰਦੇ ਹੋ ਜਿਹੜਾ? ਹਾਂ, ਬਲੈਕ ਕਹਿ ਲਓ, ਇਹ ਅੰਗਰੇਜ਼ੀ ਚ ਉਹਨੂੰ ਪ੍ਰੀਮੀਅਮ ਕਹਿ ਦਿੰਦੇ ਆ। ਠੀਕ ਹੈ ਜੀ ਜੀ। ਇਹ ਬੜੀ ਵੱਡੀ ਲੁੱਟ ਚੱਲ ਰਹੀ ਆ। ਇਹਨੂੰ ਸਰਕਾਰ ਨੂੰ ਇਹ ਤੇ ਨੱਥ ਪਾਉਣੀ ਚਾਹੀਦੀ ਹੈ ਜੀ। ਕੰਮ ਤਾਂ ਲੋਕਾਂ ਦੇ ਚੱਲਦੇ ਨਹੀਂ, ਤੇ ਕੱਲਾ ਜਵਾਕ ਆ ਲੋਕਾਂ ਦਾ ਅੱਜ ਕੱਲ ਜੀ, ਉਹ ਫਿਰ ਇਸ ਤਰ੍ਹਾਂ ਬੰਦੇ ਦੀ ਲੁੱਟ ਕਰਦੇ ਆ। ਇਹ ਪਹਿਲੀ ਗੱਲ। ਦੂਜੀ ਗੱਲ, MLA MP ਜੀ, ਇਹ ਇਹਨਾਂ ਦੀ ਡਿਊਟੀ ਹੁੰਦੀ ਹੈ ਕਾਨੂੰਨ ਬਣਾਉਣਾ ਜੀ। ਠੀਕ ਹੈ ਜੀ। ਤੇ ਜਿੱਥੇ ਕਿਤੇ ਧੱਕਾ ਹੁੰਦਾ ਉੱਥੇ ਜਾ ਕੇ ਖੜਨਾ ਲੋਕਾਂ ਦੇ ਨਾਲ। ਬਿਲਕੁਲ। ਇਹ ਸਨੀ ਦਿਓਲ ਜੀ ਨੂੰ ਕਿੰਨਾ ਲੋਕਾਂ ਨੇ ਪਿਆਰ ਦਿੱਤਾ ਸੀ, ਤੇ ਜਦੋਂ ਤੁਸੀਂ 3 ਕਾਲੇ ਕਾਨੂੰਨ ਵਾਲੇ ਉਦੋਂ ਤਾਂ ਬੋਲੇ ਨਹੀਂ, ਉਦੋਂ ਹੀ ਕੋਈ ਇੱਥੇ ਦੀ ਚਿੱਠੀ ਲਿਖ ਦਿੰਦੇ ਤੇ ਜ਼ਰੂਰ ਲੱਗਦਾ ਜੀ। ਹਾਂ, ਥਾਰ ਵਾਸਤੇ ਚਿੱਠੀ ਲਿਖਣਾ ਕੋਈ ਮਾੜੀ ਗੱਲ ਨਹੀਂ। ਸੰਧਵਾ ਸਾਹਿਬ, ਇਹੀ ਗੱਲ ਹੈ। ਸੰਧਵਾ ਸਾਹਿਬ, ਲੋਕਾਂ ਦਾ ਰੋਸ ਹੀ ਇਸ ਗੱਲੋਂ ਹੈ। ਉਹ ਕਹਿੰਦੇ ਕਿ ਜੇ ਬਾਕੀ ਦੇ ਕੰਮ ਕਰਾਏ ਹੁੰਦੇ ਤੇ ਚਲੋ ਇਹ ਵੀ ਫਿਰ ਕਰਾ ਦਿੰਦੇ, ਅਸੀਂ ਉਹਨਾਂ ਨੂੰ ਕੁਝ ਨਹੀਂ ਕਹਿਣਾ ਸੀ। ਉਹ ਕਹਿੰਦੇ ਕਿ ਕੰਮ ਤਾਂ ਕੋਈ ਕਰਾਇਆ ਨਹੀਂ ਸਾਡਾ, ਲੋਕਾਂ ਦਾ ਕੋਈ ਕੰਮ ਨਹੀਂ ਕਰਾਇਆ, ਆਪਣਾ ਹੀ ਤੁਸੀਂ ਕੰਮ ਕਰਾਉਂਦੇ ਫਿਰ ਰਹੇ ਹੋ। ਇਸ ਰੌਲਾ ਤਾਂ ਇਸ ਗੱਲ ਦਾ। ਮੈਂ ਉਹੀ ਗੱਲ ਕਰ ਰਿਹਾ, ਬਿਲਕੁਲ ਤੁਹਾਡੀ ਗੱਲ ਨੂੰ ਵੱਡੀ ਕਰ ਰਿਹਾ ਜੀ ਜੀ, ਕਿ ਤੁਸੀਂ ਮਤਲਬ ਚਿੱਠੀਆਂ ਲਿਖਦੇ ਆ MP, ਚਿੱਠੀਆਂ ਲਿਖਦੇ ਆ MLA, ਲਿਖਣੀਆਂ ਚਾਹੀਦੀਆਂ ਵੀ ਹੈ ਜੀ। ਚਿੱਠੀਆਂ ਲਿਖਣ ਵਾਸਤੇ ਤੁਹਾਨੂੰ ਲੋਕਾਂ ਨੇ ਕਲਮ ਦਿੱਤੀ ਆ, ਉਹ ਰੱਬ ਨੇ ਇਸ ਕੰਮ ਵਾਸਤੇ ਦਿੱਤਾ। ਪਰ ਜਿੱਥੇ ਵੱਧ ਲੋੜ ਸੀ, ਜਿੱਥੇ ਬਹੁਤੇ ਲੋਕਾਂ ਦਾ ਭਲਾ ਹੋਣਾ ਸੀ, ਪੰਜਾਬ ਦਾ ਭਲਾ ਹੋਣਾ ਸੀ, ਪਤੰਦਰਾ ਤੋਂ ਬੋਲ ਹੀ ਦਿੱਤਾ ਮਾੜਾ ਮੋਟਾ ਜੀ। ਬਿਲਕੁਲ। ਤੈਨੂੰ ਲਿਖਣ ਨੂੰ ਵੀ ਨਹੀਂ ਕਹਿੰਦੇ। ਇਹ 3 ਕਾਲੇ ਕਾਨੂੰਨ ਬਣਾਏ ਆ, ਉੱਤੇ ਤੂੰ ਰੌਲਾ ਪਾ, ਤੂੰ ਕਹਿੰਦਾ MSP ਦਾ ਹੱਕ ਚਾਹੀਦਾ, ਸਿਰਫ 6% ਕਿਸਾਨਾਂ ਨੂੰ ਮਿਲਦਾ ਹਿੰਦੁਸਤਾਨ ਦੇ ਨੂੰ ਜੀ। ਬਾਕੀ 94% ਕਿਸਾਨਾਂ ਨੂੰ ਲੁੱਟੀ ਜਾਂਦੀ ਹੈ ਸਰਕਾਰ, ਲੁੱਟੀ ਜਾਂਦੀ ਹੈ ਜਿਹੜੀ ਮਰਜ਼ੀ ਸਰਕਾਰ ਆਈ ਹੋਵੇ। ਤੁਸੀਂ ਉੱਥੇ ਕਰੋ। ਠੀਕ ਹੈ, ਦਵਾਤੀ ਬੱਬੂ ਦੀ ਬੇਟੀ ਨੂੰ, ਕੀ ਬੇਟੀਆਂ ਸਾਰੀਆਂ ਦੀ ਸਾਂਝੀਆਂ, ਚਲੋ ਉਹਦਾ ਪਤਾ ਨਹੀਂ ਵਿਆਹ ਦਾ ਕੋਈ ਕੰਮ ਹੈ, ਦਵਾਤੀ ਕੋਈ ਗੱਲ ਨਹੀਂ, ਉਹਨਾਂ ਨੂੰ ਵਧਾਈ। ਪਰ ਉਹ ਵੀ ਪਤਾ ਨਹੀਂ ਹਜੇ ਮਿਲੀ ਸੰਧਵਾ ਸਾਹਿਬ, ਉਹ ਵੀ ਪਤਾ ਨਹੀਂ ਮਿਲੀ ਹੈ ਜਾਂ ਨਹੀਂ ਮਿਲੀ, ਇਹਦਾ ਵੀ ਹਜੇ ਕੋਈ ਸਪਸ਼ਟੀਕਰਨ ਨਹੀਂ ਹੈ। BJP ਵਾਲੇ ਦਵਾ ਦੂ ਦੇਣਗੇ, ਕੋਈ ਗੱਲ ਹੈ ਜੀ। ਉੱਥੇ ਦਰਾਰਾਂ ਨੂੰ ਬਾਹਨਗੇ ਦਬਕਾ ਉੱਤੇ ਹੈਗਾ। ਇਹ ਤਾਂ ਵੱਡਿਆਂ ਇਹਦੇ ਟੀਵੀ ਤੋਂ ਤੇ ਬੋਲਣ ਲੱਗ ਪੈਂਦੇ ਨਾ ਮੂਰੇ। ਮੀਡੀਆ 'ਚ ਕਿੱਡੀ ਵੱਡੀ ਤਾਕਤ ਹੁੰਦੀ ਆ। ਉਹ ਵਿਚਾਰੇ ਚੇਪਾਂ ਲਾਉਣ ਲੱਗ ਪੈਂਦੇ 2,000 ਦੇ ਨੋਟਾਂ 'ਚ। ਗੱਡੀ ਦੇਣਾ ਤਾਂ ਕੋਈ ਵੱਡੀ ਗੱਲ ਨਹੀਂ ਹੈ। ਉਹ ਇਹਨਾਂ ਨੂੰ ਇਹ ਚਾਹੀਦਾ ਹੈ ਦਿਓਲ ਸਾਹਿਬ ਤੋਂ, ਹਜੇ ਵੀ ਇਹ ਹੈਗੇ ਤਾਂ ਦਿਓਲ ਸਾਹਿਬ ਬਿਲਕੁਲ ਹਜੇ ਵੀ MP ਆ, ਇਹਨਾਂ ਨੂੰ ਚਾਹੀਦਾ ਵੀ ਇੱਕ ਚਿੱਠੀ ਮੋਦੀ ਸਾਹਿਬ ਨੂੰ ਲਿਖ ਦੇਣੇ। ਉਹ ਜੀ ਬਿਲਕੁਲ ਬਿਲਕੁਲ, 3 ਕਾਲੇ ਕਾਨੂੰਨ ਵਾਪਸ ਲਓ ਜੀ। ਬਿਲਕੁਲ ਠੀਕ ਹੈ। ਸੰਧਵਾ ਸਾਹਿਬ, ਬਹੁਤ ਬਹੁਤ ਧੰਨਵਾਦ ਤੁਹਾਡਾ ਸਮਾਂ ਦੇਣ ਦੇ ਲਈ ਜੀ। ਥੈਂਕ ਯੂ। ਸੋ ਕੁਲਤਾਰ ਸਿੰਘ ਸੰਧਵਾ ਵਿਰੋਧੀ ਧਿਰ ਦੇ ਵਿਧਾਇਕ ਨੇ, ਆਗੂ ਨੇ, ਚੰਗਾ ਬੋਲਦੇ ਨੇ, ਤੇ ਉਹਨਾਂ ਨੇ ਵੀ ਕਿਹਾ ਕਿ ਠੀਕ ਹੈ, ਇਹ ਕੋਈ ਇਸ਼ੂ ਵੱਡਾ ਨਹੀਂ ਸੀ, ਪਰ ਇਸ਼ੂ ਵੱਡਾ ਇਸ ਕਰਕੇ ਬਣ ਗਿਆ ਕਿਉਂਕਿ MP ਸਨੀ ਦਿਓਲ ਨੇ ਇਲਾਕੇ ਦੇ ਲੋਕਾਂ ਦਾ ਕੋਈ ਕੰਮ ਨਹੀਂ ਕਰਾਇਆ। ਜੇਕਰ ਲੋਕਾਂ ਦਾ ਕੰਮ ਕਰਾ ਦਿੰਦੇ ਤੇ ਫਿਰ ਆਪਣੇ ਵੀ ਵਿਧਾਇਕ ਦਾ ਕਰਾ ਦਿੰਦੇ, ਲੋਕਾਂ ਨੂੰ ਵੀ ਕੋਈ ਰੋਸਾ ਨਹੀਂ ਹੋਣਾ ਸੀਗਾ। ਫਿਰ ਸ਼ਾਇਦ
ਇਹ ਜਿਹੜੀ ਚਿੱਠੀ ਹੈ ਸ਼ਾਇਦ ਇਹ ਚਿੱਠੀ ਵੀ ਵਾਇਰਲ ਨਹੀਂ ਹੋਣੀ ਸੀਗੀ ਜੇ ਸਨੀ ਦਿਓਲ ਆਪਣਾ ਫਰਜ਼ ਸਮਝਦੇ, ਜੇ ਇਹ ਸਮਝਦੇ ਕਿ ਉਹ ਇਕੱਲੇ ਬਾਲੀਵੁੱਡ ਦੇ ਹੀ ਸਟਾਰ ਨਹੀਂ ਜਾਂ ਬਾਲੀਵੁੱਡ ਦੀ ਰੀਲ ਦੇ ਹੀ ਹੀਰੋ ਨਹੀਂ, ਰੀਅਲ ਦੇ ਵਿੱਚ ਵੀ ਉਹ ਹੀਰੋ ਬਣਨਾ ਚਾਹੁੰਦੇ ਨੇ। ਸੋ ਹਾਲੇ ਵੀ ਸਮਾਂ, ਹਾਲੇ ਵੀ ਕਹਿੰਦੇ ਕਿ ਡੁੱਲੇ ਬੇਰਾਂ ਦਾ ਕੁਝ ਨਹੀਂ ਵਿਗੜਿਆ, ਹਾਲੇ ਵੀ ਸਮਾਂ ਸਨੀ ਦਿਓਲ ਦੇ ਕੋਲ ਹੈ। ਜੇਕਰ ਉਹ ਖੁਦ ਨੂੰ ਪੰਜਾਬ ਦਾ ਪੁੱਤਰ ਸਮਝਦੇ ਨੇ ਤਾਂ ਇੱਕ ਵਾਰ ਉਹਨਾਂ ਨੂੰ ਕਿਸਾਨਾਂ ਦੇ ਹੱਕ ਦੇ ਵਿੱਚ ਵੀ ਜ਼ਰੂਰ ਗੱਲਬਾਤ ਕਰਨੀ ਚਾਹੀਦੀ ਹੈ। ਜਿਸ ਤਰੀਕੇ ਦੇ ਨਾਲ ਉਹਨਾਂ ਦੀ ਪ੍ਰਧਾਨ ਮੰਤਰੀ ਤੱਕ ਪਹੁੰਚ ਆ, ਉਸ ਪਹੁੰਚ ਨੂੰ ਅਜਮਾਉਣਾ ਚਾਹੀਦਾ ਤੇ ਇੱਕ ਵਾਰ ਜ਼ਰੂਰ ਕਿਸਾਨਾਂ ਦੇ ਲਈ ਹਾਂ ਦਾ ਨਾਰਾ ਜ਼ਰੂਰ ਮਾਰਨਾ ਚਾਹੀਦਾ। ਸੋ ਅੱਜ ਦਾ ਸਾਡਾ ਜਿਹੜਾ ਇਹ ਪ੍ਰੋਗਰਾਮ ਹੈ ਜੀ, ਇਹਦਾ ਸਮਾਂ ਹੁਣ ਸਮਾਪਤ ਹੋ ਗਿਆ। ਤੁਹਾਨੂੰ ਸਾਡਾ ਇਹ ਪ੍ਰੋਗਰਾਮ, ਇਹ ਵਿਸ਼ਾ ਕਿਸ ਤਰੀਕੇ ਦਾ ਲੱਗਿਆ, ਕਿਵੇਂ ਦਾ ਲੱਗਿਆ, ਇਸ ਬਾਰੇ ਤੁਸੀਂ ਆਪਣੀ ਰਾਏ ਸਾਨੂੰ ਜ਼ਰੂਰ ਦੇਣਾ ਜੀ। ਸਾਨੂੰ ਤੁਹਾਡੇ ਕਮੈਂਟਾਂ ਦਾ ਇੰਤਜ਼ਾਰ ਰਹੇਗਾ। ਸੋ ਕੱਲ੍ਹ ਨੂੰ ਕਿਸੇ ਹੋਰ ਵੱਡੀ ਖਬਰ ਦੇ ਨਾਲ ਫਿਰ ਤੋਂ ਮਿਲਦੇ ਹਾਂ ਜੀ। ਹੁਣ ਆਗਿਆ ਦਿਓ, ਧੰਨਵਾਦ। ਹੁਣ ਤੁਸੀਂ ਦੇਖ ਸਕਦੇ ਹੋ ਗਲੋਬਲ ਪੰਜਾਬ ਟੀਵੀ ਨੂੰ ਡਾਊਨਲੋਡ ਕਰੋ ਸਾਡੀ ਐਪ ਐਂਡਰੋਇਡ ਜਾਂ iOS ਤੇ ਫ੍ਰੀ ਵਿੱਚ, roku ਅਤੇ Amazon Fire TV ਤੇ ਜਾਂ Apple TV ਤੇ। ਨਾਲ ਹੀ ਦੇਖ ਸਕਦੇ ਹੋ ਲਾਈਵ ਸਟ੍ਰੀਮਿੰਗ www.globalpunjabtv.com ਤੇ।